ਰਾਮ ਦੁਲਹਾ ਮੇਰੀ ਪਾਰ ਲੰਘਣਾ ਚੜ ਕੇ ਪਾਰ ਲੰਘਣਾ ਤੇਰਾ ਨਾਮ ਦੁਲਹਾ ਵੇੜੇ ਚੜ ਕੇ ਪਾਰ ਲੰਘਣਾ ਤੇਰਾ ਨਾਮ ਦੁਲਹਾ ਵੇੜੇ ਚੜ ਕੇ ਪਾਰ ਤੇਰਾ ਨਾਮ ਦੁਲਹਾ ਵੇੜੇ ਚੜ ਕੇ ਪਾਰ ਲੰਘਣਾ ਤੇਰਾ ਨਾਮ ਦੁਲਹਾ ਬੇੜੀ ਚੜ ਕੇ ਪਾਰ ਲੰਘਣਾ ਤੇਰਾ ਨਾਮ ਦੁਲਹਾ ਬੇੜੀ ਚੜ ਕੇ ਪਾਰ ਲੰਘਣਾ ਦੁਲਹਾ ਵੇੜੇ ਚੜ ਕੇ ਪਾਰ ਲੰਘਣਾ ਤੇਰਾ ਨਾਮ ਦੁਲਹਾ ਵੇੜੇ ਚੜ ਕੇ ਪਾਰ ਲੰਘਣਾ ਤੇਰਾ ਨਾਮ ਦੁਲਹਾ ਵੇੜੇ ਚੜ ਕੇ ਤੇਰਾ ਨਾਮ ਦੁਲਹਾ ਵੇੜੇ ਚੜ ਕੇ ਪਾਰ ਲੰਘਣਾ ਪਾਰ ਲੰਘਣਾ ਚੜ ਕੇ ਪਾਰ ਲੰਘਣਾ ਪਾਰ ਲੰਘਣਾ ਚੜ ਕੇ ਪਾਰ ਲੰਘਣਾ ਚੜ ਕੇ ਪਾਰ ਲੰਘਣਾ ਪਾਰ ਲੰਘਣਾ ਚੜ ਕੇ ਪਾਰ ਲੰਘਣਾ ਪਾਰ ਲੰਘਣਾ ਚੜ ਕੇ ਪਾਰ ਪਾਰ ਲੰਘਣਾ ਚੜ ਕੇ ਪਾਰ ਲੰਘਣਾ ਪਾਰ ਲੰਘਣਾ ਪਾਰ ਲੰਘਣਾ ਪਾਰ ਲੰਘਣਾ ਚੜ ਕੇ ਪਾਰ ਲੰਘਣਾ ਪਰ ਲੰਘਣਾ ਚੜ ਕੇ ਪਾਰ ਲੰਘਣਾ ਪਾਰ ਲੰਘਣਾ ਪਾਰ ਲੰਘਣਾ ਚੜ ਕੇ ਪਾਰ ਲੰਘਣਾ ਤੇਰਾ ਨਾਮ ਦੁਲਹਾ ਬੇੜੀ ਚੜ ਕੇ ਪਾਰ ਲੰਘਣਾ ਤੇਰਾ ਨਾਮ ਦੁਲਹਾ ਬੇੜੀ ਚੜ ਕੇ ਪਾਰ ਲੰਘਣਾ ਦੁਲਹਾ ਵੇੜੇ ਚੜ ਕੇ ਪਾਰ ਲੰਘਣਾ ਨਾਮ ਦੁਲਹਾ ਵੇੜੇ ਚੜ ਕੇ ਪਾਰ ਲੰਘਣਾ ਨਾਮ ਦੁਲਹਾ ਵੇੜੇ ਲੰਘਣਾ ਤੇਰਾ ਨਾਮ ਦੁਲਹਾ ਵੇੜੇ ਚੜ ਕੇ ਪਾਰ ਲੰਘਣਾ ਵਾਹਿਗੁਰੂ 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 ਵਾਹਿਗੁਰੂ
ਪਿਆਰਿਆਂ ਨੂੰ ਨਾ ਮਿਲਿਆ ਤੇਰਾ ਨਾਮ ਚਿਤ ਆਵੇ ਉਹਨਾਂ ਪਿਆਰਿਆਂ ਨੂੰ ਨਾ ਮਿਲਿਆ ਤੇਰਾ ਨਾਮ ਚਿਤ ਆਵੇ ਉਹਨਾਂ ਪਿਆਰਿਆਂ ਨੂੰ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ। ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਆਓ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹ ਪਿਆਰ ਨਾਲ ਬੋਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਆਓ ਕੁਝ ਸਮਾਂ ਆਪਾਂ ਰਲ ਮਿਲ ਕਰਕੇ ਗੁਰਬਾਣੀ ਦੀ ਕਥਾ ਵਿਚਾਰ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। ਗੁਰਮੁਖ ਪਿਆਰਿਓ, ਗੁਰਬਾਣੀ ਦੀ ਜਿਹੜੀ ਕਥਾ ਹੈ ਇਹ ਸਾਡੇ ਮਨ ਦੀ ਮੈਲ ਉਤਾਰ ਦਿੰਦੀ ਹੈ। ਸੁਣ ਹਰ ਕਥਾ ਉਤਾਰੀ ਮੈਲ ਮਹਾ ਪੁਨੀਤ ਭਏ ਸੁਖ ਸਾਇ। ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾ ਲਹਿ ਰਤਨ। ਇੱਕ ਇੱਕ ਬਚਨ ਜਿਹੜਾ ਸਤਿਗੁਰਾਂ ਦਾ ਹੈ ਬੜਾ ਉੱਤਮ ਹੈ। ਉੱਤਮ ਸ਼ਲੋਕ ਸਾਧ ਕੇ ਬਚਨ। ਇੱਥੋਂ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਜਿਹੜੀ ਗੁਰੂ ਦੀ ਬਾਣੀ ਇੱਥੇ ਸਾਧ ਕਿਉਂ ਕਹੀ। ਸਾਧ ਕਿਸੇ ਭੇਖ ਦਾ ਨਾਂ ਨਹੀਂ, ਕਿਸੇ ਕੱਪੜਿਆਂ ਦਾ ਨਾਮ ਨਹੀਂ ਹੈ। ਸਾਧ ਨਾਮ ਨਿਰਮਲਤਾ ਕੇ ਕਰਮ, ਉਹ ਅਸਲ ਸਾਧ ਹੈ ਜਿਹਦੇ ਕਰਮ ਨਿਰਮਲ। ਉਹ ਕੋਈ ਵੀ ਹੋ ਸਕਦਾ ਹੈ, ਗ੍ਰਸਤੀ ਵੀ ਹੋ ਸਕਦਾ ਹੈ। ਕਰਮ ਨਿਰਮਲ ਹੋਣੇ ਜ਼ਰੂਰੀ ਨੇ। ਜੇ ਲਿਬਾਸ ਸਾਦਾ ਵਾਲਾ ਕੋਈ ਭਗਵੇਂ ਕੱਪੜੇ ਪਾਲੇ, ਕੋਈ ਚਿੱਟੇ ਪਾਲੇ, ਚੋਲਾ ਜਿਹੋ ਜਿਹਾ ਮਰਜ਼ੀ ਪਾਈ ਫਿਰਦਾ, ਪਰ ਜੇ ਉਹਦੇ ਕਰਮ ਨਿਰਮਲ ਨਹੀਂ ਤਾਂ ਸਾਧ ਨਹੀਂ। ਇਸ ਕਰਕੇ ਸਮਾਂ ਕਲਯੁਗ ਦਾ ਹੈ। ਅੱਜ ਦੇ ਸਮੇਂ ਦੇ ਵਿੱਚ ਮਹਾਰਾਜ ਕਹਿੰਦੇ ਨੇ ਘਾਟ ਨਾ ਕਹਿਣੀ ਕਹਾਇਆ ਸਭ ਕਹਤੇ ਹੈ ਪਾਇਆ। ਕਹਿੰਦੇ ਆਪਣੇ ਆਪ ਨੂੰ ਘੱਟ ਕੋਈ ਨਹੀਂ ਕਹੂਗਾ। ਕੋਈ ਨੀਵਾਂ ਕਹਾ ਕੇ ਆਪਣੇ ਆਪ ਨੂੰ ਅਜੇ ਖੁਸ਼ ਨਹੀਂ ਹੈ। ਸਭ ਕਹਿੰਦੇ ਨੇ ਅਸੀਂ ਰੱਬ ਨੂੰ ਪਾਇਆ। ਘਾਟ ਨਾ ਕਹਿਣੀ ਕਹਾਇਆ ਸਭ ਕਹਤੇ ਹੈ ਪਾਇਆ, ਵੀ ਅਸੀਂ ਪਾਇਆ। ਫਿਰ ਮਾਰੇ ਕਹਿੰਦੇ ਸੋਈ ਅਜਾਨ ਕਹਾ ਮੈਂ ਜਾਣਾ ਜਾਣਨ ਹਾਰ ਨਾ ਸਾਨਾ। ਜਿਹਨੇ ਜਾਣ ਲਿਆ ਉਹ ਦੱਸਦਾ ਨਹੀਂ ਹੈ, ਕਿਸੇ ਰੌਲਾ ਨਹੀਂ ਪਾਉਂਦਾ ਸੀ। ਉੱਤਮ ਸ਼ਲੋਕ ਸਾਧ ਕੇ ਬਚਨ, ਇਹ ਸਾਧੂ ਦੇ ਬਚਨ ਨੇ। ਜਿਹੜੀ ਗੁਰਬਾਣੀ ਹੈ ਸਾਡੇ ਲਈ ਸਾਧ ਸਤਿਗੁਰੂ ਨੇ, ਅਸਲ ਸਾਧੂ ਜਿਨ੍ਹਾਂ ਦੇ ਉੱਪਰ ਕੋਈ ਦਾਗ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਮਹਾਰਾਜ ਜੀ ਤੱਕ ਕੋਈ ਦਾਗ ਨਹੀਂ ਕਿਸੇ ਵੀ ਸਤਿਗੁਰੂ ਦੇ ਉੱਪਰ ਲੱਗਾ। ਪੰਜਾਂ ਨੂੰ ਜਿੱਤਿਆ ਹੈ ਸਤਿਗੁਰੂ ਪਾਤਸ਼ਾਹ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਜਿੱਤਿਆ ਗੁਰੂ ਸਾਹਿਬ। ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ, ਅਮੋਲਕ ਵਚਨ, ਅਮਲੀਕ ਲਾ ਲਹਿ ਰਤਨ। ਰਤਨਾਂ ਦੀ ਨਿਆਈ। ਫਿਰ ਜਿਹੜਾ ਇਹਨਾਂ ਰਤਨਾਂ ਨੂੰ, ਅਮੋਲਕ ਰਤਨਾਂ ਨੂੰ, ਗੁਰੂ ਸ਼ਬਦ ਨੂੰ, ਗੁਰਬਾਣੀ ਨੂੰ ਸੁਣਦਾ ਹੈ, ਅਮਲੀਕ ਲਾ ਲਹਿ ਰਤਨ। ਸੁਣਤ
ਕਮਾਵਤ, ਇੱਕ ਤਾਂ ਸੁਣਨਾ, ਇੱਕ ਕਮਾਉਣਾ, ਇਹ ਜ਼ਰੂਰੀ ਹੈ। ਸੁਣਤ ਕਮਾਵਤ ਹੋਤ ਨਿਹਾਲ। ਜਿਹੜਾ ਗੁਰੂ ਸਾਹਿਬ ਦੇ ਸ਼ਬਦ ਨੂੰ, ਗੁਰਬਾਣੀ ਨੂੰ ਸੁਣ ਲੈਂਦਾ ਹੈ ਧਿਆਨ ਲਾ ਕੇ, ਸੁਣਤ ਕਮਾਵਤ, ਫਿਰ ਉਹਨਾਂ ਬਚਨਾਂ ਨੂੰ ਜ਼ਿੰਦਗੀ ਦੇ ਵਿੱਚ ਕਮਾਉਂਦਾ ਹੈ, ਉਹਨਾਂ ਨੂੰ ਆਪਣੇ ਆਪ ਦੇ ਉੱਪਰ ਢਾਲਦਾ ਹੈ। ਸੁਣਤ ਕਮਾਵਤ ਹੋਤ ਨਿਹਾਲ, ਉਹ ਨਿਹਾਲ ਹੋ ਜਾਂਦਾ ਹੈ। ਨਿਹਾਲ ਤੋਂ, ਨਿਹਾਲ ਦਾ ਅਰਥ ਹੁੰਦਾ ਦੁੱਖਾਂ ਤੋਂ ਰਹਿਤ, ਉਹ ਨਿਹਾਲ ਹੋ ਜਾਂਦਾ ਹੈ। ਸੁਣਤ ਕਮਾਵਤ ਹੋਤ ਨਿਹਾਲ, ਆਪ ਤਰੈ ਲੁਕ ਹੈ ਨਿਸਤਾ। ਉਹ ਆਪ ਵੀ ਤਰ ਜਾਂਦਾ ਹੈ, ਤਾਂ ਜਿਹੜੇ ਉਹਦੇ ਸੰਪਰਕ ਦੇ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਵੀ ਤਾਰ ਦਿੰਦਾ ਹੈ। ਇਸ ਕਰਕੇ ਪਿਆਰਿਓ, ਕਲਯੁਗ ਦਾ ਸਮਾਂ ਹੈ ਤੇ ਸਮਾਂ ਵੀ ਬੜਾ ਕੀਮਤੀ ਹੈ। ਜ਼ਿੰਦਗੀ ਲੰਘਦੀ ਜਾਂਦੀ ਹੈ ਬੜੀ ਰਫ਼ਤਾਰ ਦੇ ਨਾਲ। ਕੁਛ ਐਸਾ ਕਰੀਏ ਇਸ ਦੁਨੀਆ ਦੇ ਵਿੱਚ, ਦੁਨੀਆ ਯਾਦ ਕਰੇ, ਬਾਤਾਂ ਪਾਵੇ ਵੀ ਹਾਂ ਵੀ ਕੋਈ ਆਇਆ ਸੀ ਇਸ ਦੁਨੀਆ ਦੇ ਵਿੱਚ। ਇਹੋ ਜਿਹਾ ਕਰਮ ਕਰਕੇ ਜਾਈਏ, ਇਹੋ ਜਿਹੇ ਬੋਲ ਬੋਲੀਏ ਤੇ ਕਿਸੇ ਦੀ ਜ਼ਿੰਦਗੀ ਬਦਲ ਦੇਣ। ਆ ਹੱਥਾਂ ਦੇ ਨਾਲ ਇਹੋ ਜਿਹਾ ਕਰਮ ਕਰ ਦਈਏ ਤੇ ਦੁਨੀਆ ਯਾਦ ਕਰੇ। ਗੁਰਮੁਖ ਪਿਆਰਿਓ, ਅੱਜ ਸਮਾਂ ਕਲਯੁਗ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਨਾਲ ਜੁੜੋ। ਦੇਹਾਂ ਦੇ ਨਾਲ ਨਾ ਜੁੜੋ, ਦੇਹਾਂ ਨਾਸਵੰਤ ਨੇ, ਸਰੀਰ ਨਾਸਵੰਤ ਹੈ। ਕਿਸੇ ਦੀ ਦੇਹ ਨਾਲ ਨਾ ਜੁੜੋ, ਸਰੀਰ ਨਾਲ ਨਾ ਜੁੜੋ। ਬਾਣੀ ਪੜ੍ਹ ਕੇ ਵੇਖੋ, ਬਾਣੀ ਵਿਚਾਰ ਕੇ ਦੇਖੋ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਜੀ ਤੱਕ ਕਿਸੇ ਨੇ ਆਪਣੇ ਸਰੀਰ ਦੇ ਨਾਲ ਨਹੀਂ ਜੋੜਿਆ। 10ਵੇਂ ਪਾਤਸ਼ਾਹ ਜੀ ਨੇ ਵੀ ਕਹਿ ਦਿੱਤਾ, ਮੋਹ ਕੋ ਦਾਸ ਕਵਨ ਕਾ ਜਾਨੋ, ਜਾਨ ਮੈਂ ਭੇਦ ਨਾ ਰੰਗ। ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ, ਕਿੰਨੀ ਨਿਮਰਤਾ ਦੇ ਵਿੱਚ ਮਹਾਰਾਜ ਨੇ ਕਿਤੇ ਆਪਣੇ ਆਪ ਨੂੰ ਗੁਰੂ ਨਹੀਂ ਲਿਖਿਆ। ਜਿੱਥੇ ਵੀ ਕਿਤੇ ਆਉਂਦਾ ਆਪਾਂ ਪੜ੍ਹਦੇ ਆ, ਨਾਨਕ ਦਾਸ ਮੁਖ ਤੇ ਜੋ ਬੋਲਿਆ। ਕਿੰਨੇ ਸ਼ਬਦ ਹੁੰਦੇ ਨੇ। ਆਪਣੇ ਆਪ ਨੂੰ ਢਾਡੀ ਕਿਹਾ ਮਹਾਰਾਜ ਨੇ, ਆਪਣੇ ਆਪ ਨੂੰ ਜਨ ਕਿਹਾ। ਇਸ ਕਰਕੇ ਪਿਆਰਿਓ, ਉਹਨਾਂ ਨੇ ਆਪਣੇ ਆਪ ਨੇ ਨਾਲ, ਆਪਣੇ ਸਰੀਰ ਦੇ ਨਾਲ ਨਹੀਂ ਜੋੜਿਆ, ਕਿਸੇ ਦੇਹ ਦੇ ਨਾਲ ਨਹੀਂ ਜੋੜਿਆ। ਜੇ ਸਾਨੂੰ ਦੇਹਾਂ ਦੇ ਨਾਲ ਜੋੜਨਾ ਹੁੰਦਾ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਪੰਜਾਂ ਪਿਆਰਿਆਂ ਦੇ ਵਿੱਚੋਂ ਕੋਈ 5 ਪਿਆਰਿਆਂ ਨੂੰ ਅੱਗੇ ਗੱਦੀ ਦੇ ਸਕਦੇ ਸੀ। ਪੰਜਾਂ, ਫਿਰ 4 ਸਾਹਿਬਜ਼ਾਦੇ ਸਨ, ਇੱਕ ਸਾਹਿਬਜ਼ਾਦੇ ਨੂੰ ਰੱਖ ਕੇ ਗਾਹਾਂ ਦੇ ਸਕਦੇ ਸੀ। ਤੇ ਗੁਰਮੁਖ ਪਿਆਰਿਓ, ਪਰ ਮਹਾਰਾਜ ਜੀ ਨੇ ਸਾਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ। ਪਤਾ ਸੀ ਮਹਾਰਾਜ ਜੀ 3 ਗ੍ਰੰਥ ਨੇ ਜਿਹੜੇ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, 10ਵਾਂ ਗ੍ਰੰਥ ਇੱਕ ਸਰਬਲੋ ਗ੍ਰੰਥ ਹੈ। ਸਰਬਲੋ ਗ੍ਰੰਥ ਦੇ ਵਿੱਚ ਵੀ ਇੱਕ ਵਚਨ ਆਉਂਦਾ, ਮਹਾਰਾਜ ਕਹਿੰਦੇ ਨੇ, ਘਰ ਘਰ ਹੋਏ ਵਾਹਿਗੁਰੂ ਰਾਮਾ। ਇਹ 10ਵੇਂ ਪਾਤਸ਼ਾਹ ਜੀ ਦੇ ਵਚਨ ਨੇ, ਘਰ ਘਰ ਹੋਏ ਵਾਹਿਗੁਰੂ ਰਾਮਾ। ਕਹਿੰਦੇ ਘਰ ਘਰ ਦੇ ਵਿੱਚ ਰਾਮ ਬਣ ਕੇ ਬੈਠ ਗਿਆ। ਅੱਜ ਉਹ ਗੱਲ ਹੋਈ। ਤੇ ਗੁਰਮੁਖ ਪਿਆਰੇ, ਇਸ ਕਰਕੇ ਸਮਾਂ ਕਲਯੁਗ ਦਾ ਹੈ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ, ਹੋਰ ਇਧਰ ਉਧਰ ਦੀਆਂ ਗੱਲਾਂ ਕਰਕੇ ਕਿਉਂ ਜ਼ਿੰਦਗੀ ਦਾ ਸਮਾਂ ਬਰਬਾਦ ਕਰਨਾ। ਇਹ ਸਮਾਂ ਬੜਾ ਕੀਮਤੀ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਰੀਆ ਦਾ ਅਰਥ ਹੁੰਦਾ ਵਾਰੀ, ਮੌਕਾ, ਕਹਿੰਦੇ ਅਵਸਰ ਉਸ ਵਾਹਿਗੁਰੂ ਨੇ ਸਾਨੂੰ ਦਿੱਤਾ, ਸਮਾਂ ਦਿੱਤਾ ਵੀ ਗੋਬਿੰਦ ਮਿਲਣ ਦਾ ਸਮਾਂ ਤੁਹਾਨੂੰ ਦਿੱਤਾ ਹੈ, ਵਾਰੀ ਦੇ ਦਿੱਤੀ ਹੈ। ਇਹ ਤੁਹਾਨੂੰ ਸਾਡੀ ਮਰਜ਼ੀ ਨੂੰ ਅਸੀਂ ਵਾਰੀ ਨੂੰ ਕਿਵੇਂ ਲਗਾਉਣਾ। ਹੁਣ ਪਾਣੀ ਲਾਉਣ ਦੀ ਵਾਰੀ ਆਪਣੀ ਹੁੰਦੀਆਂ, ਵਾਰੀਆਂ ਲੱਗਦੀਆਂ ਨੇ ਇੰਡੀਆ। ਹੁਣ ਵਾਰੀ ਆ ਗਈ ਆ, ਉਹ ਤਾਂ ਅਗਲੇ ਦੀ ਮਰਜ਼ੀ ਨੂੰ ਸੌਂ ਕੇ ਲਗਾਉਣਾ ਜਾਂ ਪਾਣੀ ਲਾਉਣਾ। ਤੇ ਕੋਈ ਸੌਂ ਕੇ ਵੀ ਲੰਘਾ ਦਿੰਦੇ ਆ, ਤੇ ਕਈ ਉਹ ਪਾਣੀ ਦੀ ਵਰਤੋਂ ਵੀ ਕਰ ਲੈਂਦੇ। ਇਸ ਕਰਕੇ ਭਾਈ
ਆਹ ਸਾਨੂੰ ਮਨੁੱਖਾ ਜੀਵਨ ਜਿਹੜਾ ਮਿਲਿਆ ਜੀ ਇੱਕ ਬਾਰੀ ਦਿੱਤੀ ਆ ਪਰਮੇਸ਼ਰ ਨੇ। ਕੇਵਲ ਤੇ ਕੇਵਲ ਇੱਕ ਮਨੁੱਖਾ ਜੀਵਨ ਦੇ ਵਿੱਚ ਹੀ ਅਸੀਂ ਪਰਮੇਸ਼ਰ ਨੂੰ ਮਿਲ ਸਕਦੇ। ਇਸ ਕਰਕੇ ਭਈ ਪ੍ਰਾਪਤ ਮਾਨੁਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤਾ ਹੈ ਨਾ ਕਾਮ। ਅਵਰ ਕਾਜ ਹੋਰ ਤੇਰੇ ਜਿੰਨੇ ਵੀ ਕੰਮ ਕਾਜ ਨੇ ਕਿਸੇ ਵੀ ਕੰਮ ਦੀ ਜੇ ਪੱਲੇ ਤੇਰੇ ਪਰਮੇਸ਼ਰ ਦੀ ਯਾਦ ਨਹੀਂ ਹੈ। ਗੁਰਮੁਖ ਪਿਆਰਿਓ ਕੰਮ ਕਾਜ ਕਰਨੇ ਨੇ ਘਰਾਂ ਦੇ ਵੀ ਕਰਨੇ ਨੇ ਪਰ ਪਰਮੇਸ਼ਰ ਨੂੰ ਯਾਦ ਰੱਖੋ ਪਰਮਾਤਮਾ ਨੂੰ ਯਾਦ ਰੱਖੋ। ਅਵਰ ਕਾਜ ਤੇਰੇ ਕਿਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਵੀ ਤੁਸੀਂ ਸ਼ਬਦ ਪੜੋਗੇ ਨਾਮ ਦੀ ਗੱਲ ਕੀਤੀ ਹੈ। ਮਹਾਰਾਜ ਕਹਿੰਦੇ ਕੇਵਲ ਨਾਮ ਜਪੋ ਰੇ ਪ੍ਰਾਨੀ। ਕਹਿੰਦੇ ਕੇਵਲ ਨਾਮ ਜਪੋ ਕੇਵਲ ਨਾਮ ਜਪੋ ਰੇ ਪ੍ਰਾਨੀ ਪਰਹੁ ਏਕ ਕੀ ਸਰਨਾ। ਇੱਕ ਪ੍ਰਮਾਤਮਾ ਦੀ ਸਰਨ ਦੇ ਵਿੱਚ ਪੈ ਜਾਓ। ਸਰਨ ਦੇ ਵਿੱਚ ਪੈ ਕੇ ਕੇਵਲ ਨਾਮ ਜਪੋ। ਗੁਰਮੁਖ ਪਿਆਰਿਓ ਅੱਜ ਅਸੀਂ ਨਾਮ ਜਪਣ ਤੋਂ ਲੱਖਾਂ ਕੋਹਾਂ ਦੂਰ ਚੱਲੇ। ਨਾਮ ਜਪਣਾ ਨਹੀਂ ਚੰਗਾ ਲੱਗਦਾ। ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ ਸਾਨੂੰ ਬੜੀਆਂ ਪਸੰਦ ਨੇ। ਨਾਮ ਜਪਣਾ ਆਪਾਂ ਨੂੰ ਬੈਠ ਜਾਣਾ ਵੀ ਆਪਾਂ ਕਿੰਨਾ ਸਮਾਂ ਘੰਟਾ ਵਾਹਿਗੁਰੂ ਵਾਹਿਗੁਰੂ ਕਰਨਾ ਆਪਣੇ ਅੱਧੇ ਸੌ ਜਾਣਗੇ। ਟੂਲੇ ਆਉਣ ਲੱਗ ਜਾਂਦੇ ਪਾਸੇ ਮਾਰਨ ਲੱਗ ਜਾਂਦੇ ਇੱਧਰ ਉੱਧਰ। ਇਸ ਕਰਕੇ ਪਿਆਰਿਓ ਇਹ ਜ਼ਿੰਦਗੀ ਬੜੀ ਕੀਮਤੀ ਹੈ ਸਮਾਂ ਬੜਾ ਕੀਮਤੀ ਹੈ ਪਰ ਆਪਾਂ ਨੂੰ ਪਰਮੇਸ਼ਰ ਨੇ ਬੜੇ ਮੌਕੇ ਦਿੱਤੇ ਆ। ਸਤਸੰਗ ਕਰਨ ਦਾ ਸਮਾਂ ਕਿੰਨੀ ਸੋਹਣੀ ਬਿਲਡਿੰਗ ਬਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਸਮਾਂ ਮਿਲਦਾ ਆਪਾਂ ਇੱਥੇ ਸਤਸੰਗ ਵਿੱਚ ਆ ਕੇ ਆਈਏ ਸਤਸੰਗ ਕਰੀਏ ਨਾਮ ਜਪੀਏ ਆਹ ਸਮਾਂ ਸਾਡਾ ਸਫਲ ਹੁੰਦਾ। ਕਿੰਨਾ ਸੋਹਣਾ ਪ੍ਰਬੰਧ ਕੀਤਾ। ਫਿਰ ਪ੍ਰਬੰਧ ਖਾਣਾ ਤਿਆਰ ਕਰਦੇ ਨੇ ਸੰਗਤ ਵਾਸਤੇ ਭੋਜਨ ਤਿਆਰ ਕੀਤਾ ਜਾਂਦਾ। ਸੰਗਤ ਆਵੇ ਗੁਰੂ ਘਰ ਦੇ ਵਿੱਚ ਸੰਗਤਾਂ ਨਾਮ ਜਪਣ ਕੀਰਤਨ ਹੋਵੇ ਗੁਰਬਾਣੀ ਦੀ ਵਿਚਾਰ ਹੋਵੇ। ਸੋ ਪਿਆਰਿਓ ਇਸ ਸਮੇਂ ਨੂੰ ਬੇਅਰਥ ਨਾ ਗਵਾਈਏ। ਗੁਰਬਾਣੀ ਦੇ ਨਾਲ ਜੁੜੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜੀਏ। ਗੁਰਬਾਣੀ ਪੜ੍ਹਨ ਦੀ ਆਦਤ ਪਾਓ। ਕਿਤਾਬਾਂ ਪੜ੍ਹਨ ਦੀ ਆਦਤ ਪਾਓ। ਕਿਤਾਬਾਂ ਪੜ੍ਹੋ ਗਿਆਨ ਲਵੋ। ਸਭ ਤੋਂ ਵੱਡੀ ਗੱਲ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ। ਬਾਣੀ ਪੜ੍ਹਨੀ ਸਿੱਖੋ। ਬਾਣੀ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰੋ। ਜੇ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਕਈ ਵਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਪਤਾ ਨਹੀਂ ਲੱਗਦਾ ਵੀ ਕੀ ਪੜ੍ਹੀ ਜਾਂਦੀ। ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇੱਕ ਓੰਕਾਰ ਦਾ ਮਤਲਬ ਕੀ ਹੈ। ਸਾਨੂੰ ਇੱਕ ਓੰਕਾਰ ਕੀ ਕਹਿੰਦਾ। ਜੇ ਹੁਣ ਅਸੀਂ ਇੱਕ ਓੰਕਾਰ ਰੋਜ਼ ਪੜ੍ਹਦੇ ਥਾਂ ਥਾਂ ਤੇ ਮੱਥੇ ਵੀ ਟੇਕੀ ਜਾਂਦੇ ਤਾਂ ਕੋਈ ਫਾਇਦਾ ਨਹੀਂ ਹੈ ਇੱਕ ਓੰਕਾਰ ਕਹਿਣ ਦਾ। ਇਸ ਕਰਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਸਤਨਾਮ ਹੈ ਕੀ। ਸਤਨਾਮ ਸਦਾ ਰਹਿਣ ਵਾਲਾ ਹੈ। ਸੱਚਾ ਨਾਮ ਹੈ। ਕਰਤਾ ਉਹ ਸਭ ਨੂੰ ਪੈਦਾ ਕਰਨ ਵਾਲਾ ਹੈ। ਪੁਰਖ ਸਾਰਿਆਂ ਦੇ ਵਿੱਚ ਪੂਰਿਆ ਹੋਇਆ ਹੈ। ਨਿਰਭਉ ਉਹਨੂੰ ਕਿਸੇ ਦਾ ਡਰ ਨਹੀਂ ਹੈ। ਡਰ ਤੋਂ ਰਹਿਤ ਹੈ ਪਰਮੇਸ਼ਰ। ਨਿਰਵੈਰ ਉਹ ਕਿਸੇ ਦੇ ਨਾਲ ਵੈਰ ਭਾਵ ਨਹੀਂ ਰੱਖਦਾ ਪਰਮਾਤਮਾ। ਅਕਾਲ ਉਹ ਕਿਸੇ ਸਮੇਂ ਦੇ ਵਿੱਚ ਨਹੀਂ ਆਉਂਦਾ। ਮੂਰਤ ਉਹਦੀ ਕੋਈ ਮੂਰਤ ਨਹੀਂ ਬਣਾ ਸਕਦਾ ਪਰਮਾਤਮਾ ਦੀ। ਥਾਪਿਆ ਨਾ ਜਾਏ ਕੀਤਾ ਨਾ ਹੋਏ। ਉਹ ਬਣਾ ਕੇ ਫਿੱਟ ਨਹੀਂ ਕੀਤਾ ਜਾ ਸਕਦਾ ਰੱਖਿਆ ਨਹੀਂ ਜਾ ਸਕਦਾ ਕਿਉਂਕਿ ਉਹ ਚੱਕਰ ਚਿਹਨ ਅਰ ਵਰਨ ਜਾਤ ਹੈ। ਉਹਦਾ ਕੋਈ ਚੱਕਰ ਚਿਹਨ ਨਹੀਂ ਬਣਾ ਸਕਦਾ। ਚੱਕਰ ਚਿਹਨ ਅਰ ਵਰਨ ਜਾਤ ਅਰਪਾਤ ਨਹਿਨ ਜਿਹੇ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਣ ਤੇ ਭਿੰਨ। ਉਹ ਰੂਪ ਰੇਖ ਤੋਂ ਪਰੇ ਹੈ। ਮੂਰਤ ਉਹਦੀ ਕੋਈ ਮੂਰਤੀ ਨਹੀਂ ਬਣਾ ਸਕਦਾ। ਅਜੂਨੀ ਉਹ ਪਰਮੇਸ਼ਰ ਦੁਨੀਆ ਦੇ ਵਿੱਚ ਨਹੀਂ ਆਉਂਦਾ। ਦੁਨੀਆ ਤੋਂ ਰਹਿਤ ਹੈ। ਸਹਿਭੰ ਉਹ ਸੁਤੇ ਸਿੱਧ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਹੈ। ਗੁਰ ਪ੍ਰਸਾਦ ਪੂਰੇ ਗੁਰੂ ਦੀ ਗੁਰ ਦਾ ਅਰਥ ਗੋਮਿਨ ਹੁੰਦਾ ਹਨੇਰਾ ਰੂਪ ਪ੍ਰਕਾਸ਼। ਹਨੇਰੇ ਦੇ ਵਿੱਚ ਪ੍ਰਕਾਸ਼ ਕਰਨ ਵਾਲਾ। ਗਿਆਨ
ਅਗਿਆਨਤਾ ਦਾ ਸਾਡੇ ਅੰਦਰ ਹਨੇਰਾ ਹੈ, ਇਹ ਗੁਰੂ ਨੇ ਚਾਨਣ ਕਰਨਾ, ਗਿਆਨ ਗੁਰੂ ਗਿਆਨ। ਜਦੋਂ ਸਾਡੇ ਅੰਦਰ ਗੁਰੂ ਗਿਆਨ ਜਾਗ ਪਿਆ ਨਾ, ਸਾਡੇ ਅੰਦਰੋਂ ਭਰਮ ਚਲਿਆ ਜਾਵੇਗਾ। ਜਿਹੜੇ ਸਾਡੇ ਅੰਦਰ ਭਰਮ ਪਏ, ਗੁਰ ਪ੍ਰਸਾਦ, ਪ੍ਰਸਾਦ ਦਾ ਅਰਥ ਹੁੰਦਾ ਕਿਰਪਾ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਉਸ ਇੱਕ ਦੀ ਪ੍ਰਾਪਤੀ ਹੁੰਦੀ ਹੈ, ਇੱਕ ਦੀ ਸੋਝੀ ਆਉਂਦੀ ਹੈ ਵੀ ਉਹ ਇੱਕ ਹੈ ਕੀ ਹੈ। ਉਹ ਆਪਣੇ ਸਾਰਿਆਂ ਦੇ ਵਿੱਚ ਹੀ ਹੈ ਪਰਮੇਸ਼ਰ। ਸਰਬ ਵਿਆਪਕ ਕਹਿੰਦੇ ਨਾ ਆਪਾਂ, ਸਰਬ ਵਿਆਪਕ ਹੈ, ਸਰਬ ਸ਼ਕਤੀਮਾਨ ਹੈ, ਸਰਬ ਦੇਸੀ ਹੈ, ਸਰਬ ਠੌਰ ਹੈ। ਕੇ ਸਰਬੱਤਰ ਦੇਸਾ ਹੈ, ਕੇ ਸਰਬੱਤਰ ਭੇਸਾ ਹੈ। ਉਹ ਸਾਰੇ ਦੇਸ਼ਾਂ ਦੇ ਵਿੱਚ ਹੈ, ਹਰ ਇੱਕ ਭੇਸ ਦੇ ਵਿੱਚ ਹੈ। ਇਸ ਕਰਕੇ ਗੁਰਬਾਣੀ ਨੂੰ ਆਪ ਪੜ੍ਹੀਏ, ਇਸ ਤਰ੍ਹਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਕੱਲੀ ਕੱਲੀ ਪੌੜੀ ਜਪਜੀ ਸਾਹਿਬ ਜੀ ਦੀ ਸਮਝੀਏ, ਕੱਲੀ ਕੱਲੀ ਪੰਗਤੀ ਦੇ ਵਿੱਚ ਮਹਾਰਾਜ ਸਾਨੂੰ ਕੀ ਕਹਿ ਰਹੇ ਹਨ। ਸੋ ਆਓ ਹੁਣ ਆਪਾਂ ਇੱਕ ਸ਼ਬਦ ਦੀ ਵਿਆਖਿਆ, ਸਤਿਗੁਰੂ ਜੀ ਅੱਜ ਅੰਮ੍ਰਿਤ ਵੇਲੇ ਦਾ ਜੋ ਹੁਕਮਨਾਮਾ ਮੁੱਖ ਵਾਕ ਹੈ, ਉਸ ਸ਼ਬਦ ਦੀ ਵਿਆਖਿਆ ਆਪਾਂ ਜਿੰਨੀ ਕੁ ਮਹਾਰਾਜ ਨੇ ਮੱਤ ਬੁੱਧ ਬਖਸ਼ੀ ਹੈ, ਤੁਸ ਬੁੱਧੀ ਦੇ ਅਨੁਸਾਰ ਰਲ ਮਿਲ ਕੇ ਕਰਦੇ ਹਾਂ। ਤੇ ਸਤਿਗੁਰੂ ਜੀ ਮਿਹਰ ਕਰਨ, ਮਿਹਰ ਭਰਿਆ ਹੱਥ ਰੱਖ ਕੇ ਇਸ ਸ਼ਬਦ ਦੀ ਵਿਆਖਿਆ ਕਰਵਾਉਣ ਤੇ ਆਪੋ ਆਪਣੀਆਂ ਮਨੋਵਿਰਤੀ ਨੂੰ ਕਾਗਰ ਕਰਕੇ ਇੱਕ ਵਾਰੀ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਟੋਟੀ ਮਹੱਲਾ ਪੰਜਵਾ। ਘਰ ਪੰਜਵਾ ਦੋਪਦੇ। ਕੱਲਾ ਕੱਲਾ ਸ਼ਬਦ ਪੜ੍ਹੀ। ਟੋਟੀ ਮਹੱਲਾ ਪੰਜਵਾ। ਟੋਟੀ ਰਾਗ ਦੇ ਵਿੱਚ ਮਹੱਲਾ, ਮਹੱਲੇ ਦਾ ਅਰਥ ਹੁੰਦਾ ਸਰੀਰ। ਪੰਜਵਾ ਤੋਂ ਭਾਵ ਆ ਵੀ ਪੰਜਵੇਂ ਗੁਰੂ ਦੀ ਬਾਣੀ। ਜਿੱਥੇ ਮਹੱਲਾ ਪੰਜਵਾਂ ਜਾਂ ਮਹੱਲਾ ਚੌਥਾ ਜਾਂ ਮਹੱਲਾ ਤੀਜਾ ਆਵੇ ਜਾਂ ਮਹੱਲਾ ਨਾਵਾ ਆਵੇ, ਇਹਦਾ ਮਤਲਬ ਹੁੰਦਾ ਵੀ ਉਸ ਗੁਰੂ ਦੀ ਬਾਣੀ ਹੈ ਜਿਹੜਾ ਅੱਗੇ ਸ਼ਬਦ ਹੋਵੇਗਾ, ਅੰਕ ਹੋਵੇਗਾ। ਤੇ ਮਹੱਲਾ ਹੀ ਉਚਾਰਨ ਕਰਨਾ। ਕਈ ਮਹਿਲਾ ਵੀ ਕਹਿੰਦੇ ਨੇ, ਮਹਿਲਾ ਨਹੀਂ ਉਚਾਰਨ ਕਰਨਾ, ਇਹਦਾ ਉਚਾਰਨ ਮਹੱਲਾ ਹੀ ਬਣਦਾ। ਸੰਪਰਦਾਵਾਂ ਦੇ ਵਿੱਚ ਮਹੱਲਾ ਹੀ ਉਚਾਰਨ ਕੀਤਾ ਜਾਂਦਾ। ਬੜੇ ਨੇ ਪ੍ਰਚਾਰਕ ਜਿਹੜੇ ਕਹਿੰਦੇ ਨੇ ਮਹਿਲਾ ਕਹਿਣਾ, ਪਰ ਗੁਰਮੁਖ ਪਿਆਰੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਜਿਹੜੀ ਆ, ਉੱਥੇ ਜਿੰਨੇ ਵੀ ਗ੍ਰੰਥੀ ਸਿੰਘ ਹੁੰਦੇ ਨੇ, ਉਹ ਭਾਵੇਂ ਕਿਤੋਂ ਵੀ ਪੜ੍ਹ ਕੇ ਆਵੇ, ਚਾਹੇ ਉਹ ਸਿੱਖ ਮਿਸ਼ਨਰੀ ਕਾਲਜ ਦੇ ਵਿੱਚੋਂ ਪੜ੍ਹ ਕੇ ਆਵੇ, ਚਾਹੇ ਉਹ ਸੰਪਰਦਾਇਕ ਸਾਲ ਦੇ ਵਿੱਚੋਂ ਪੜ੍ਹ ਕੇ ਆਵੇ, ਕਿਤੋਂ ਵੀ ਪੜ੍ਹ ਕੇ ਆਵੇ, ਪਰ ਉੱਥੇ ਦੀ ਜੋ ਮਰਿਆਦਾ ਹੈ, ਉੱਥੇ ਜਦੋਂ ਹੁਕਮਨਾਮਾ ਸਾਹਿਬ ਲੈਂਦੇ ਉਹ ਮਹੱਲਾ ਹੀ ਕਹਿੰਦੇ, ਮਹੱਲਾ ਹੀ ਉਚਾਰਨ ਕਰਦੇ। ਇਸ ਕਰਕੇ ਇਹਦਾ ਜਿਹੜਾ ਉਚਾਰਨ ਹੈ ਉਹ ਮਹੱਲਾ ਹੀ ਕਰਨਾ, ਮਹਿਲਾ ਨਹੀਂ ਕਰਨਾ। ਸੋ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਇਹ ਸ਼ਬਦ ਹੈ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਮੰਗਲ ਉਚਾਰਨ ਕਰਦੇ ਨੇ। ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਓੰਕਾਰ ਸਭ ਦਾ ਪ੍ਰਕਾਸ਼ਕ ਹੈ, ਸਤ ਚਿਤ ਆਨੰਦ ਸਰੂਪ ਹੈ, ਗੁਰ ਪ੍ਰਸਾਦ। ਪੂਰੇ ਗੁਰੂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਹਾਂ, ਇਹ ਦੋ ਪਦੇ ਦੀ ਸ਼ਬਦ ਹੈ ਨਾ, ਵਿੱਚ ਦੋ ਪਦਿਆਂ ਦਾ ਸ਼ਬਦ ਹੈ। ਦੋ ਪਦੇ, ਇਹ ਸ਼ਬਦਾਂ ਦੇ ਵਿੱਚ ਲਿਖਿਆ ਹੁੰਦਾ ਦੋ ਪਦੇ, ਚਾਰ ਪਦੇ, ਚਾਰ ਤੁਕੇ, ਇੱਕ ਤੁਕੇ। ਇਹਦਾ ਉਚਾਰਨ ਵੀ ਇਸ ਤਰ੍ਹਾਂ ਹੀ ਕਰਨਾ। ਕਈ ਵਾਰੀ ਆਪਾਂ ਕਹਿੰਦੇ ਦੁੱਪਦੇ ਜਾਂ ਚੁੱਪਦੇ। ਇਹਨੂੰ ਜਿਹੜੇ ਰੌਲ ਲਾਉਂਦੇ ਆ ਗੁਰੂ ਗ੍ਰੰਥ ਸਾਹਿਬ ਜੀ, ਉਹਨਾਂ ਲਈ ਜ਼ਰੂਰੀ ਹੈ, ਧਿਆਨ ਦੇਣ ਵਾਲੀ ਗੱਲ ਹੈ। ਜੇ ਕਿਤੇ ਇਸ ਤਰ੍ਹਾਂ ਦਾ ਸ਼ਬਦ ਹੁੰਦਾ ਨਾ, ਦੱਦੇ ਨੂੰ ਔਂਕੜ ਪੱਪਾ ਤੇ ਦੱਦੇ ਨੂੰ ਲਾਉਣਾ, ਦੁੱਪਦੇ, ਇਹਨੂੰ ਉਚਾਰਨ ਕਰਨ ਵੇਲੇ ਦੋ ਪਦੇ ਇਸ ਤਰ੍ਹਾਂ ਉਚਾਰਨ ਕਰਨਾ। ਦੋ ਪਦੇ, ਚੌ ਪਦੇ, ਅਸਟ ਪਦੀ, ਇਸ ਤਰ੍ਹਾਂ ਇਹ ਉਚਾਰਨ ਕਰਨ ਵਾਲੇ ਸ਼ਬਦ ਨੇ। ਤੇ ਅੱਗੇ ਸਤਿਗੁਰੂ ਮਹਾਰਾਜ ਜੀ ਸ਼ਬਦ ਦੀ ਆਰੰਭਤਾ ਕਰ ਰਹੇ ਹਨ ਜੀ। ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਇਸ ਸ਼ਬਦ ਦੇ ਵਿੱਚ ਜਿਹੜਾ ਗੁਣ ਸ਼ਬਦ ਆਇਆ,
ਇਹਦਾ ਇੱਥੇ ਅਰਥ ਹੈ ਉਪਕਾਰ। ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਐਸੋ ਗੁਣ ਮੇਰੋ ਪ੍ਰਭ ਕੀ ਕੀ। ਉਸ ਅਕਾਲ ਪੁਰਖ ਵਾਹਿਗੁਰੂ ਨੇ, ਪ੍ਰਮਾਤਮਾ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੇਰੇ ਉੱਪਰ ਉਪਕਾਰ ਕੀਤਾ ਹੈ। ਕਿਹੜਾ ਉਪਕਾਰ ਕੀਤਾ ਉਹ ਅਗਲੀ ਪੰਕਤੀ ਵਿੱਚ ਮਹਾਰਾਜ ਜੀ ਦੱਸਦੇ ਹਨ ਜੀ। ਪੰਜ ਦੋਖ ਅਰ ਅਹੰ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਪੰਜ ਦੋਖ, ਦੋਖ ਜਿਹੜਾ ਸ਼ਬਦ ਹੈ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਦੋਖ ਆਪਾਂ ਜਿਵੇਂ ਕਹਿੰਦੇ ਦੋਸ਼, ਆਪਾਂ ਕਹਿੰਦੇ ਨਾ ਮੇਰੇ ਤੇ ਦੋਸ਼ ਲਾ ਦਿੱਤਾ, ਇਹ ਦੋਸ਼ ਸ਼ਬਦ ਪੰਜਾਬੀ ਭਾਸ਼ਾ ਦਾ, ਦੋਖ ਜਿਹੜਾ ਹੈ ਇਹ ਸੰਸਕ੍ਰਿਤ ਭਾਸ਼ਾ ਦਾ। ਮਰ ਕਹਿੰਦੇ ਪੰਜ ਦੋਖ ਅਰ ਅਹੰ ਰੋਗ। ਪੰਜ ਦੋਖ ਕਿਹੜੇ ਨੇ? ਇਹ ਪੰਜ ਦੋਸ਼ ਨੇ ਸ਼ਬਦ, ਸਪਰਸ਼, ਰਸ, ਰੂਪ, ਗੰਧ। ਇਹ ਪੰਜ ਦੋਖ ਨੇ, ਹਰ ਇੱਕ ਮਨੁੱਖ ਦੇ ਵਿੱਚ ਹੀ ਹੈ ਪੰਜੀ। ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚ ਏਕ ਦੋਖ ਵਿਨਾਸ਼। ਪੰਜ ਦੋਖ ਅਸਾਧ ਜਾਮਹਿ ਤਾਕੀ ਕਿਤ ਕਾਸ। ਕਹਿੰਦੇ ਇਹ ਮਨੁੱਖ ਤੇਰੇ ਵਿੱਚ ਪੰਜ ਨੇ ਜਿਨ੍ਹਾਂ ਦੇ ਵਿੱਚ ਇਹ ਇੱਕ ਇੱਕ ਦੋਸ਼ ਸੀ, ਜਿਨ੍ਹਾਂ ਦੇ ਵਿੱਚ ਇਹ ਇੱਕ ਇੱਕ ਦੋਸ਼ ਸੀ ਤੇ ਉਹਨਾਂ ਨੇ ਬੜਾ ਦੁੱਖ ਸਹਾਇਆ, ਉਹਨਾਂ ਨੂੰ ਬੜੇ ਦੁੱਖ ਸਹਿਣੇ ਪਏ ਜਿਨ੍ਹਾਂ ਦੇ ਵਿੱਚ ਇੱਕ ਇੱਕ ਦੋਸ਼ ਸੀ। ਸ਼ਬਦ ਦਾ ਅਰਥ ਹੁੰਦਾ ਆਵਾਜ਼, ਸ਼ਬਦ ਦਾ ਅਰਥ ਆਵਾਜ਼। ਕਹਿੰਦੇ ਕਈ ਬੰਦੇ ਜਾਂ ਕਈ ਜਾਨਵਰ ਇਹੋ ਜਿਹੇ ਹੁੰਦੇ ਨੇ ਉਹ ਆਵਾਜ਼ ਤੇ ਮਸਤ ਹੋ ਜਾਂਦੇ, ਕਿਸੇ ਦੀ ਆਵਾਜ਼ ਸੁਣ ਕੇ। ਆਪਣੇ ਵਿੱਚ ਵੀ ਹੁੰਦੇ ਨੇ, ਕੋਈ ਗੀਤ ਸੁਣ ਲਿਆ ਤੇ ਮਸਤ ਹੋ ਜਾਂਦੇ, ਫਿਰ ਉਹ ਭੁੱਲ ਜਾਂਦੇ ਦੁਨੀਆ। ਇਸੇ ਤਰ੍ਹਾਂ ਹੀ ਜਿਹੜਾ ਮਿਰਗ ਹੈ, ਕਹਿੰਦੇ ਇਹਨੂੰ ਇੱਕੋ ਹੀ ਦੋਸ਼ ਆ ਕੰਨ ਦਾ। ਜਦੋਂ ਘੰਡੇ ਹੇੜ ਦਾ ਨਾਦ ਵੱਜਦਾ, ਘੰਡੇ ਹੇੜ ਦਾ ਨਾਦ ਜਦੋਂ ਵੱਜਦਾ ਮਸਤ ਹੋ ਜਾਂਦਾ, ਨਹੀਂ ਉਹ ਫੜਾਈ ਨਹੀਂ ਖਾਂਦਾ। ਕਹਿੰਦੇ ਜਿਹੜੇ ਉਹਨੂੰ ਫੜਨ ਵਾਲੇ ਨੇ, ਹੁਣ ਤਾਂ ਪਤਾ ਨਹੀਂ ਕੋਈ ਨਵੇਂ ਤਰੀਕੇ ਆ ਗਏ ਹੁਣ, ਪਰ ਮਹਾਰਾਜ ਜੀ ਨੇ ਦੱਸਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਘੰਡੇ ਹੇੜੇ ਦਾ ਨਾਦ ਵਜਾਇਆ ਜਾਂਦਾ ਸੀ। ਕਹਿੰਦੇ ਪਹਿਲੇ ਸਮੇਂ ਵਿੱਚ ਜਦੋਂ ਫੜਦੇ ਸੀ ਨਾ ਮਿਰਗ ਨੂੰ, ਉਹ ਇੱਕ ਆਪਣੇ ਤੌੜੇ ਦੇ ਉੱਪਰ, ਮਿੱਟੀ ਦਾ ਜਿਹੜਾ ਤੌੜਾ ਹੁੰਦਾ ਉਹਦੇ ਉੱਪਰ ਕਹਿੰਦੇ ਚਮੜੇ ਦੀ ਖੱਲ ਮੜ ਦਿੰਦੇ ਸੀ। ਉਹਦੇ ਖੱਲ ਮੜ ਕੇ ਉਹਦੇ ਉੱਪਰ ਇੱਕ ਸੁਰਾਖ ਕਰ ਦਿੱਤਾ ਜਾਂਦਾ ਸੀ। ਖੰਭ ਦੇ ਨਾਲ ਉਹ ਖੰਭ ਨੂੰ ਕਿਤੇ ਉਹ ਸੁਰਾਖ ਦੇ ਵਿੱਚ ਅੰਦਰ ਬਾਹਰ ਜਦੋਂ ਕਰਦੇ ਸੀ, ਉਹਦੇ ਵਿੱਚੋਂ ਫਿਰ ਇੱਕ ਨਾਦ ਪੈਦਾ ਹੁੰਦਾ ਸੀ, ਆਵਾਜ਼ ਪੈਦਾ ਹੁੰਦੀ ਸੀ। ਤੇ ਕਹਿੰਦੇ ਜਿਹੜਾ ਜਦੋਂ ਉਹਨੂੰ ਘੰਡਾ ਹੇੜਾ ਕਹਿੰਦੇ, ਉਹ ਘੰਡੇ ਹੇੜੇ ਦਾ ਜਦੋਂ ਨਾਦ ਵਜਾਇਆ ਜਾਂਦਾ ਸੀ, ਮਿਰਗ ਜਿੱਥੇ ਵੀ ਹੁੰਦਾ ਸੀ, ਜਦੋਂ ਉਹਦੀ ਆਵਾਜ਼ ਉਹ ਕੰਨਾਂ ਦੇ ਵਿੱਚ ਪੈਂਦੀ ਸੀ ਤੇ ਉਹ ਮਸਤ ਹੋ ਕੇ ਸ਼ਿਕਾਰੀ ਦੇ ਅੱਗੇ ਆ ਜਾਂਦਾ ਤੇ ਗੁਰਮੁਖ ਪਿਆਰੋ ਕਾਬੂ ਹੁੰਦਾ ਸੀ। ਇਹ ਉਹਨੂੰ ਰੋਗ ਦੋਸ਼ ਉਹਦੇ ਮਿਰਗ ਦੇ ਵਿੱਚ ਘੰਡੇ ਸ਼ਬਦ ਦਾ ਰੋਗ ਹੈ। ਸ਼ਬਦ ਸਪਰਸ਼ ਦਾ ਜਿਹੜਾ ਹੈ ਇਹ ਹੁੰਦਾ ਚਮੜੀ ਦਾ, ਸਪਰਸ਼ ਦਾ ਟੱਚ ਕਰਨਾ, ਇਹ ਚਮੜੀ ਦਾ ਰੋਗ ਹੈ। ਜਾਂ ਇਹਨੂੰ ਆਪਾਂ ਕਹਿ ਲਈਏ ਵੀ ਇਹ ਕਾਮ ਵਾਸਨਾ ਦਾ ਰੋਗ ਹੈ। ਕਾਮ ਦਾ ਰੋਗ ਜਿਹੜਾ ਹੈ ਹਾਥੀ ਨੂੰ, ਹਾਥੀ ਜਿਹੜਾ ਹੈ ਉਹ ਪਕੜਿਆ ਨਹੀਂ ਜਾਂਦਾ, ਜਲਦੀ ਕਾਬੂ ਨਹੀਂ ਆਉਂਦਾ। ਕਹਿੰਦੇ ਜਦੋਂ ਉਹਨੂੰ ਕਾਬੂ ਕਰਦੇ ਸੀ ਨਾ ਹਾਥੀ ਨੂੰ, ਪਹਿਲਾਂ ਵੱਡਾ ਟੋਆ ਪੱਟਿਆ ਜਾਂਦਾ ਸੀ, ਉਹਦੇ ਉੱਪਰ ਪਤਲੀ ਕਾਨਿਆਂ ਦੀ ਸੱਤ ਪਾਈ ਜਾਂਦੀ ਸੀ, ਫਿਰ ਕਾਗਜ਼ਾਂ ਦੀ ਹੱਥੜੀ ਬਣਾ ਕੇ ਚੜਾਇਆ ਜਾਂਦਾ ਸੀ। ਉਹ ਇੰਨਾ ਮਸਤ ਹੋ ਜਾਂਦਾ ਸੀ, ਕਹਿੰਦੇ ਉਹ ਟੋਏ ਦੇ ਵਿੱਚ ਡਿੱਗ ਪੈਂਦਾ ਸੀ। ਇਸ ਕਰਕੇ ਕਹਿੰਦੇ ਵੀ ਉਹ ਦੇਖ ਲਓ ਇੱਕ ਐਡਾ ਵੱਡਾ ਜਾਨਵਰ ਆਜ਼ਾਦ ਰਹਿਣ ਵਾਲਾ ਜੰਗਲ ਦੇ ਵਿੱਚ,
ਤੇ ਗੁਰਮੁਖ ਪਿਆਰਿਓ ਉਹਨੂੰ ਵੀਹਾਂ ਦੇ ਵਿੱਚ ਮੰਗਣ ਵਾਸਤੇ ਲਈ ਫਿਰਦੇ ਨੇ ਗਲੀਆਂ ਦੇ ਵਿੱਚ। ਇੱਕ ਉਹਨੂੰ ਦੋਸ਼ ਸੀ ਸਪਰਸ਼ਤਾ ਦਾ, ਕਾਮ ਦਾ ਰੋਗ ਹੈ ਹਾਥੀ ਨੂੰ, ਤੇ ਉਹ ਫੜਿਆ ਗਿਆ। ਮ੍ਰਿਗ ਮੀਨ ਜਿਹੜਾ ਹੈ ਉਹਨੂੰ ਰਸਨਾ ਦਾ ਰੋਗ ਹੈ, ਜੀਭ ਦਾ। ਉਹ ਜੀਭ ਦੇ ਸਵਾਦ ਵਾਸਤੇ ਜਦੋਂ ਕੋਈ ਕੁੰਡੀ ਦੇ ਉੱਪਰ ਆਟਾ ਲਾ ਕੇ ਕੋਈ ਚੀਜ਼ ਲਾ ਕੇ ਸੁੱਟਦਾ ਤੇ ਉਹਦੇ ਵਿੱਚ ਆਪਣਾ ਮੂੰਹ ਸਾਹ ਲੈਂਦੇ, ਉਹਨੂੰ ਇਹ ਜੀਭ ਦਾ ਰੋਗ ਹੈ। ਮ੍ਰਿਗ ਮੀਨ ਭ੍ਰਿੰਗ ਜਿਹੜਾ ਭੌਰਾ ਹੈ, ਇਹਨੂੰ ਵਾਸਨਾ ਦਾ ਰੋਗ ਹੈ। ਇਹਦੇ ਵਿੱਚ ਦੋਸ਼ ਹੈ ਵਾਸਨਾ ਦਾ। ਫੁੱਲ ਦੇ ਉੱਪਰ ਜਾਂਦਾ, ਬੈਠ ਜਾਂਦਾ ਤੇ ਮਸਤ ਇੰਨਾ ਹੋ ਜਾਂਦਾ ਫਿਰ ਉੱਠਦਾ ਨਹੀਂ, ਤੇ ਫੁੱਲ ਜਦੋਂ ਆਪਣੇ ਆਪ ਦੇ ਵਿੱਚੋਂ ਸੰਪਟ ਭਾਵ ਸਮੇਟ ਲੈਂਦਾ ਹੈ, ਇੰਨਾ ਮਸਤ ਹੋ ਜਾਂਦਾ ਹੈ। ਮ੍ਰਿਗ ਮੀਨ ਭ੍ਰਿੰਗ ਪਤੰਗਾ ਜਿਹੜਾ ਹੈ ਉਹਨੂੰ ਪਤਾ ਵੀ ਮੈਂ ਲਾਈਟ ਤੇ ਜਾ ਕੇ ਸੜ ਜਾਣਾ। ਕਿ ਆਪਾਂ ਮੀਂਹ ਜਦੋਂ ਆਉਂਦਾ ਆਪਾਂ ਵੇਖਦੇ ਨਾ ਆਪਣੇ ਕਈ ਵਾਰੀ ਲਾਈਟ ਦੇ ਉੱਪਰ ਕਿੰਨੇ ਪਤੰਗੇ ਮਰ ਜਾਂਦੇ ਨੇ। ਉਹ ਪਤੰਗਾ ਜਦੋਂ ਆਉਂਦਾ ਤੇ ਲਾਈਟ ਤੇ ਆ ਕੇ ਸੜ ਜਾਂਦਾ, ਆਪਣੇ ਆਪ ਨੂੰ ਖਤਮ ਕਰ ਦਿੰਦਾ। ਤੇ ਉਹਨੂੰ ਵੀ ਇੱਕ ਰੋਗ ਅੱਖਾਂ ਦਾ ਰੋਗ, ਦੇਖਣ ਦਾ ਰੋਗ। ਉਹਨੂੰ ਲਾਈਟ ਚੰਗੀ ਲੱਗਦੀ ਆ ਤੇ ਉੱਥੇ ਜਾਂਦਾ ਤੇ ਉਹ ਖਤਮ ਹੋ ਜਾਂਦਾ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਨੂੰ ਹਾਥੀ ਨੂੰ ਕਾਮ ਦਾ। ਸੋ ਇਹਨਾਂ ਨੂੰ ਇੱਕ ਇੱਕ ਰੋਗ ਕਰਕੇ ਗੁਰਮੁਖ ਪਿਆਰੇ ਫੜੇ ਗਏ। ਭਾਵਰ ਸਿਮਰਤ ਇੱਕ ਗ੍ਰੰਥ ਹੈ, ਉਹਦੇ ਵਿੱਚ ਵੀ ਲਿਖਿਆ ਗਿਆ, ਨਾਦ ਕੇ ਲੋਭ ਤਜੇ ਗ੍ਰਹਿ ਪ੍ਰਾਣ। ਕਹਿੰਦੇ ਨਾਦ ਦੇ ਲੋਭ ਕਰਕੇ ਮਿਰਗ ਨੇ ਪ੍ਰਾਣ ਛੱਡ ਦਿੱਤੇ। ਬੀਨ ਮਤੇ ਇਹ ਆਪ ਬੰਧਾਏ, ਮੀਨ ਸੁਤਿਆਗ ਅਗਾਧ ਜਲ। ਬਹੁਤਾ ਪਾਣੀ ਜਿਹੜਾ ਹੁੰਦਾ ਮੱਛੀ ਦੇਖ ਲਓ ਉਹਨੂੰ ਛੱਡ ਦਿੰਦੀ ਹੈ ਇੱਕ ਜੀਭ ਦੇ ਸਵਾਦ ਵਾਸਤੇ। ਉਹ ਲੋਭ ਜਦੋਂ ਲੋਹ ਨਹਾਏ, ਕਹਿੰਦੇ ਆਪਣੇ ਮੂੰਹ ਦੇ ਵਿੱਚ ਫਿਰ ਕੁੰਡੀ ਦਾ ਦੁੱਖ ਸਹਾਰਦੀ ਹੈ। ਕਾਗਜ਼ ਕੀ ਪੁੱਤਰੀ ਕਰਨੀ, ਭਾਵਰ ਸਮਿਰਤ ਗ੍ਰੰਥ ਦੇ ਵਿੱਚ ਵਚਨ ਹੁੰਦੇ ਨੇ। ਕਾਗਜ਼ ਕੀ ਪੁੱਤਰੀ ਕਰਨੀ ਵਸ, ਕਹਿੰਦੇ ਕਾਗਜ਼ ਦੀ ਪੁੱਤਰੀ ਬਣਾ ਕੇ ਕਹਿੰਦੇ ਹਾਥੀ ਨੂੰ ਵਸ ਕੀਤਾ ਜਾਂਦਾ। ਮਤ ਗੋਇੰਦ ਸੰਕਸ ਪਾਏ, ਅੰਕਸ ਕਹਿੰਦੇ ਨੇ ਇੱਕ ਕੁੰਡਾ ਹੁੰਦਾ ਲੋਹੇ ਦਾ, ਉਹ ਜਿਹੜਾ ਹਾਥੀ ਨੂੰ ਚਲਾਉਂਦਾ ਨਾ ਉੱਪਰ ਬੈਠ ਕੇ ਉਹਦੇ ਕੋਲੋਂ ਫੜਿਆ ਹੁੰਦਾ, ਉਹਦੇ ਸਿਰ ਤੇ ਮਾਰਦਾ ਕੁੰਡਾ ਲੋਹੇ ਦਾ। ਫਿਰ ਉਹ ਜਿੱਧਰ ਨੂੰ ਕਹਿੰਦਾ ਉਸ ਪਾਸੇ ਨੂੰ ਹਾਥੀ ਜਾਂਦਾ। ਭ੍ਰਿੰਗ ਵਾਲੀ ਇੱਕ ਕੰਜ ਪ੍ਰਭਾਵ, ਕੰਜ ਕਹਿੰਦੇ ਫੁੱਲ ਨੂੰ। ਭ੍ਰਿੰਗ ਜਿਹੜਾ ਭੌਰਾ ਹੈ ਉਹ ਕੰਜ ਜਾ ਕੇ ਫੁੱਲ ਦੇ ਉੱਪਰ ਮਸਤ ਹੋ ਜਾਂਦਾ ਹੈ। ਔਰ ਲੋਭ ਲੱਗੇ ਇਹ ਮਹਿ ਭੰਡਾਏ, ਕਹਿੰਦੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ। ਰੂਪ ਕੇ ਲੋਭ ਪਤੰਗ ਤਜੇ, ਪਤੰਗਾ ਜਾ ਕੇ ਨੂੰ ਲੋਭ ਰੂਪ ਜਿਹੜਾ ਭਾਵ ਲੈਕ ਨੂੰ ਵੇਖ ਕੇ ਆਪਣੇ ਆਪ ਨੂੰ ਖਤਮ ਕਰ ਦਿੰਦਾ। ਇਹ ਭਾਵਰ ਸਿਮਰਤ ਦੇ ਗ੍ਰੰਥ ਦੇ ਵਿੱਚ ਬਚਨ ਆਉਂਦੇ ਨੇ ਵੀ ਇਹਨਾਂ ਨੂੰ ਇੱਕ ਇੱਕ ਰੋਗ ਸੀ ਤੇ ਗੁਰਮੁਖ ਪਿਆਰੇ ਖਤਮ ਹੋ ਗਏ ਨੇ। ਭਗਤ ਰਵਿਦਾਸ ਜੀ ਵੀ ਇਹੀ ਵਚਨ ਕਰਦੇ ਨੇ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਕਹਿੰਦੇ ਇਹਨਾਂ ਦੇ ਇੱਕ ਇੱਕ ਦੋਖ ਸੀ ਤੇ ਇਹਨਾਂ ਨੂੰ ਨਾਸ਼ ਹੋ ਗਿਆ, ਇਹਨਾਂ ਦਾ ਵਿਨਾਸ਼ ਹੋ ਗਿਆ। ਪੰਜ ਦੋਖ ਅਸਾਧ ਜਾ, ਮੈਂ ਕਹਿੰਦੇ ਤੇਰੇ ਵਿੱਚ ਇਹ ਮਨੁੱਖ ਪੰਜੇ ਹੀ ਨੇ। ਹਰ ਮਨੁੱਖ ਦੇ ਵਿੱਚ ਸ਼ਬਦ ਆਪਾਂ ਆਵਾਜ਼ ਵੀ ਆਪਾਂ ਨੂੰ ਪਸੰਦ ਹੈ, ਸ਼ਬਦ ਸਪਰਸ਼ ਕਾਮ ਦਾ ਰੋਗ ਆਪਾਂ ਨੂੰ ਵੀ ਹੈ, ਵੇਖਣ ਦਾ ਅੱਖਾਂ ਦਾ ਰੋਗ ਆਪਾਂ ਨੂੰ ਵੀ ਹੈ, ਤੇ ਗੁਰਮੁਖ ਪਿਆਰੋ ਜੀਭ ਦਾ ਰੋਗ ਆਪਾਂ ਨੂੰ ਵੀ ਹੈ। ਸਾਡੀਆਂ ਅੱਖਾਂ ਕਿੰਨਾ ਕੁਝ ਦੇਖਦੀਆਂ ਨੇ ਪਰ ਵੱਜਦੀਆਂ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਨੇ, ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸੇ, ਨੱਕ ਨਾ ਰੱਜਿਆ ਵਾਸਨਾ ਦੁਰਗੰਧ ਸਵਾਸੇ, ਸਾਦੀ ਜੀਭ ਨਾ ਰੱਜੀਆਂ ਕਰ ਭੋਗ ਬਿਲਾਸੇ, ਉਸਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਨਾ ਸਾਡੇ ਕੰਨ ਰੱਜਦੇ ਨੇ। ਸੋ ਇਸ ਕਰਕੇ ਮਾਰੇ ਕਹਿੰਦੇ ਭਾਈ ਤੇਰੇ ਵਿੱਚ ਪੰਜੇ ਹੀ ਨੇ ਦੋਸ਼ ਜਿਹੜੇ ਨੇ, ਪੰਜ ਦੋਖ ਅਸਾਧ ਜਾਮੈ ਤਾਕੀ ਕੇਤ ਕਾਸ, ਤੇਰੀ ਕਿੰਨੀ ਆਸ ਹੈ ਬਚਨ ਦੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਪੰਕਤੀ ਵਿੱਚ ਕਹਿ ਰਹੇ ਨੇ, ਦੁਆਰੇ ਪੜੀ ਪੰਕਤੀ ਜਿਹੜੀ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਕਹਿੰਦੇ ਮੇਰੇ ਉੱਪਰ ਉਸ ਵਾਹਿਗੁਰੂ ਨੇ ਉਪਕਾਰ ਕੀਤਾ।
ਕੀਤਾ ਹੈ। ਕਿਹੜਾ ਉਪਕਾਰ ਕੀਤਾ? ਪੰਜ ਦੋਖ ਕਰ ਅਹੰ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਕਹਿੰਦੇ ਮੇਰੇ ਉੱਪਰ ਉਪਕਾਰ ਕੀਤਾ ਵੀ ਮੇਰੇ ਵਿੱਚ ਪੰਜੇ ਜਿਹੜੇ ਰੋਗ ਦੋਸ਼ ਨੇ ਉਹ ਕੱਢ ਦਿੱਤੇ ਨੇ। ਪੰਜ ਦੋਖ ਅਰ ਅਹੰ ਰੋਗ। ਅਹੰ ਕਹਿੰਦੇ ਨੇ ਹੰਕਾਰ ਨੂੰ। ਜਿਹੜਾ ਹੰਕਾਰ ਦਾ ਹਉਮੈ ਦਾ ਰੋਗ ਹੈ ਉਹ ਵੀ ਪਰਮੇਸ਼ਰ ਨੇ ਕੱਢ ਦਿੱਤਾ ਹੈ। ਪੰਜ ਦੋਖ ਅਰ ਅਹੰ ਰੋਗ, ਇਹ ਤਨ ਤੇ ਸਗਲ ਦੂਰ ਕੀ। ਇਸ ਤਨ ਦੇ ਵਿੱਚੋਂ, ਸਰੀਰ ਦੇ ਵਿੱਚੋਂ ਉਹਨਾਂ ਨੂੰ ਕੱਢ ਦਿੱਤਾ ਹੈ। ਹਉਮੈ ਰੋਗ, ਜਿਹੜਾ ਹਉਮੈ ਦਾ ਰੋਗ ਆ, ਇਹ ਮਨੁੱਖ ਨੂੰ ਦਿੱਤਾ ਗਿਆ। ਬਾਣੀ ਦੇ ਵਿੱਚ ਵੀ ਵਚਨ ਆਉਂਦੇ ਨੇ, ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਗਲ ਵਸ ਕੀਨਾ। ਮੈਗਲ ਵੀ ਹਾਥੀ ਨੂੰ ਕਹਿੰਦੇ ਨੇ। ਕਾਮ ਰੋਗ ਮੈਗਲ ਵਸ ਕੀਨਾ, ਦ੍ਰਿਸ਼ਟ ਰੋਗ ਪਚ ਮੋਏ ਪਤੰਗਾ। ਤੇ ਇਹ ਜਿਹੜੇ ਅੱਡੋ ਅੱਡੀ ਰੋਗ ਨੇ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਤੂੰ ਸੱਚੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਪੈ ਜਾ, ਤੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਤੂੰ ਇਹਨਾਂ ਰੋਗਾਂ ਤੋਂ, ਇਹਨਾਂ ਦੋਸ਼ਾਂ ਤੋਂ, ਇਹਨਾਂ ਵਿਕਾਰਾਂ ਤੋਂ, ਕਾਮ ਕ੍ਰੋਧ ਲੋਭ ਹੰਕਾਰ ਰੂਪੀ ਜਿਹੜੇ ਵਿਕਾਰ ਨੇ, ਇਹਨਾਂ ਤੋਂ ਤੇਰਾ ਛੁਟਕਾਰਾ ਹੋ ਜਾਵੇਗਾ, ਤੂੰ ਬਚ ਜਾਵੇਂਗਾ। ਵਿਸਰਾਮ ਦੇ ਕੇ ਸਤਿਗੁਰੂ ਮਹਾਰਾਜ ਜੀ ਉਚਾਰਨ ਕਰਦੇ ਹਨ। ਬੰਧਨ ਤੋਰ ਛੋਰ ਵਿਖਿਆ ਤੇ, ਗੁਰ ਕੋ ਸ਼ਬਦ ਮੇਰੇ ਹਿਰਦੈ ਦੀਨ। ਜਿਹੜੇ ਸਤਿਗੁਰੂ ਨੇ ਨਾ, ਇਹ ਭਾਈ ਸਾਡਾ ਬੰਧਨਾਂ ਤੋਂ ਛੁਟਕਾਰਾ ਕਰਾ ਦਿੰਦੇ। ਟੂਟੇ ਬੰਧਨ ਜਾਸ ਕੇ ਹੋਵਾ ਸਾਧੂ ਸੰਗ। ਜਦੋਂ ਅਸੀਂ ਸਾਧੂ ਦਾ ਸੰਗ ਕਰਦੇ ਹਾਂ ਨਾ, ਕਿਹੜੇ ਸਾਧੂ ਦਾ ਸੰਗ? ਉਹ ਬੈਠੇ ਨੇ ਜਿਹੜੇ ਮੰਜੀ ਸਾਹਿਬ ਦੇ ਉੱਪਰ ਸਾਧੂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। 37 ਮਹਾਂਪੁਰਖ, 37 ਸਾਧੂ ਬੈਠੇ ਉਹਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਤੇ ਗੁਰਮੁਖ ਪਿਆਰੋ, 37 ਜਿਹੜੇ ਸਾਧੂ ਨੇ, ਮਹਾਂਪੁਰਖ ਨੇ ਨਾ, ਇਹ ਸਾਡੇ ਬੰਧਨ ਕੱਟ ਦਿੰਦੇ। ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ। ਜਦੋਂ ਅਸੀਂ ਗੁਰਬਾਣੀ ਦਾ ਸੰਗ ਕਰਦੇ ਹਾਂ ਤੇ ਗੁਰਮੁਖ ਪਿਆਰੋ, ਉਦੋਂ ਸਾਡੇ ਬੰਧਨ ਜਿਹੜੇ ਨੇ ਟੁੱਟ ਜਾਂਦੇ ਨੇ। ਹੀ ਪੰਕਤੀ ਪੜ੍ਹੋ ਜੀ ਦੁਬਾਰਾ। ਬੰਧਨ ਤੋਰ ਛੋਰ ਵਿਖਿਆ ਤੇ, ਗੁਰ ਕੋ ਸ਼ਬਦ ਮੇਰੇ ਹਿਰਦੈ ਦੀਨ। ਹਿਰਦੈ ਦਾ ਅਰਥ ਹੁੰਦਾ ਹਿਰਦਾ। ਜਦੋਂ ਸਾਡੇ ਹਿਰਦੇ ਦੇ ਅੰਦਰ ਸਤਿਗੁਰੂ ਜੀ ਨੇ ਆਪਣਾ ਸ਼ਬਦ, ਆਪਣਾ ਗਿਆਨ ਟਿਕਾ ਦਿੱਤਾ, ਤਾਂ ਗੁਰਮੁਖ ਪਿਆਰੋ ਸਾਡਾ ਬੰਧਨਾਂ ਤੋਂ ਛੁਟਕਾਰਾ ਹੋ ਜਾਵੇਗਾ। ਰੂਪ ਅਨਰੂਪ ਮੋਰ ਕਛ ਨਾ ਵਿਚਾਰਿਓ। ਉਹ ਵਾਹਿਗੁਰੂ ਜਿਹੜਾ ਹੈ ਗੁਰਮੁਖ ਪਿਆਰਿਓ, ਉਹ ਰੂਪ ਤੇ ਅਨਰੂਪ ਨੂੰ ਨਹੀਂ ਦੇਖਦਾ। ਉਹ ਇਹ ਨਹੀਂ ਦੇਖਦਾ ਵੀ ਇਹਦਾ ਮੂੰਹ, ਜਿਹੜਾ ਮੂੰਹ ਮੱਥਾ ਹੈ ਵੀ ਜ਼ਿਆਦਾ ਸੋਹਣਾ ਹੈ ਜਾਂ ਗੋਰਾ ਚਿੱਟਾ ਰੰਗ ਹੈ। ਉਹ ਪਰਮੇਸ਼ਰ ਇਸ ਤਰ੍ਹਾਂ ਨਹੀਂ ਦੇਖਦਾ। ਰੂਪ ਅਨਰੂਪ, ਭਾਵੇਂ ਕੋਝੇ ਸਰੀਰ ਵਾਲਾ ਹੋਵੇ, ਭਾਵੇਂ ਸਰੀਰ ਦੇ ਵਿੱਚ ਬਿੰਗ ਵਾਲ ਪੈਂਦੇ ਹੋਣ, ਗੁਰਮੁਖ ਪਿਆਰੋ ਉਹ ਪਰਮੇਸ਼ਰ ਇਸ ਤਰ੍ਹਾਂ ਨਹੀਂ ਦੇਖਦਾ। ਜਿਵੇਂ ਕੁਬਜਾ ਸੀ ਨਾ, ਕੁਬਜਾ ਇੱਕ ਲੜਕੀ ਸੀ, ਕੁਬਜਾ। ਉਹ ਜਿਹੜੀ ਲੜਕੀ ਸੀ, ਸਾਡੇ ਸੰਸਾਰ ਦੇ ਵਿੱਚ ਗੁਰਮੁਖ ਪਿਆਰਿਓ, ਲੜਕੀ ਜਨਮ ਲੈਂਦੀ ਆ, ਬੜਾ ਬੁਰਾ ਮੰਨਦੇ ਆ। ਸੰਤਾਨ ਤਾਂ ਸੰਤਾਨ ਹੀ ਹੁੰਦੀ ਆ, ਭਾਵੇਂ ਲੜਕੀ ਹੋਵੇ ਭਾਵੇਂ ਲੜਕਾ ਹੋਵੇ। ਸਾਨੂੰ ਸਤਿਕਾਰ ਬਰਾਬਰ ਦਾ ਦੇਣਾ ਚਾਹੀਦਾ, ਕਿਉਂਕਿ ਮਹਾਰਾਜ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਵੀ ਆਖਿਆ ਵੀ ਸੋ ਕਿਉ ਮੰਦਾ ਆਖੀਆ ਜਿਤ ਜੰਮਹਿ ਰਾਜਾਨ। ਉਹਨਾਂ ਨੂੰ ਕਦੇ ਵੀ ਮਾੜਾ ਨਹੀਂ ਕਹਿਣਾ ਚਾਹੀਦਾ ਜਿਨ੍ਹਾਂ ਦੇ ਪੇਟੋਂ ਰਾਜੇ ਮਹਾਰਾਜੇ ਜਨਮ ਲੈਂਦੇ। ਭੰਡ ਜੰਮੀ ਹੈ, ਭੰਡ ਨਿਮੀ ਹੈ, ਭੰਡ ਮੰਗਲ ਵਿਆਹੋ। ਭੰਡੋ ਹੋਵੇ ਦੁਸਤੀ, ਭੰਡੋ ਚੱਲੈ ਰਾਹੋ। ਭੰਡ ਮੁਆ ਭੰਡ ਭਾਲੀਐ, ਭੰਡ ਹੋਵੇ ਬੰਧਾਨ। ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਉਹ ਲੜਕੀ ਨੇ ਜਨਮ ਲਿਆ ਵੀ ਗਰੀਬ ਘਰੇ, ਤੇ ਜਦੋਂ ਜਨਮ ਲਿਆ ਗਰੀਬ ਘਰੇ, ਤੇ ਗੁਰਮੁਖ ਪਿਆਰਿਓ ਉਹਦਾ ਨਾਮ ਉਹਦੇ ਸਰੀਰ ਨੂੰ ਵੇਖ ਕੇ ਰੱਖ ਲਿਆ।
ਜਦੋਂ ਉਹਨੇ ਜਨਮ ਲਿਆ ਤੇ ਉਹਦੇ ਸਰੀਰ ਦੇ ਵਿੱਚ ਬਲ ਪਿਆ ਹੋਇਆ ਸੀ, 3 ਬਲ ਉਹਦੇ ਸਰੀਰ ਦੇ ਵਿੱਚ ਪਏ। ਉਹਦਾ ਨਾਮ ਕੀ ਰੱਖਿਆ? ਤ੍ਰਿਵਕਰਾ। ਜਿਵੇਂ ਅਸ਼ਟਾ ਬੱਕਰ, ਉਹਦੇ 8 ਬਲ ਪੈਂਦੇ ਸੀ। ਅਸ਼ਟ ਮੈਨੇ 8, ਉਹਨੂੰ ਅਸ਼ਟ ਬੱਕਰ ਕਹਿੰਦੇ ਸੀ। ਇਹਦਾ ਨਾਮ ਰੱਖਦਾ ਤ੍ਰਿਵਕਰਾ, ਵੀ ਇਹਦੇ 3 ਬਲ ਪੈਂਦੇ। ਗੁਰਮੁਖ ਪਿਆਰੋ, ਕਦੇ ਵੀ ਕਿਸੇ ਦਾ ਇਹੋ ਜਿਹਾ ਵੀ ਸਰੀਰ ਹੋਵੇ, ਉਹਦੇ ਸਰੀਰ ਨੂੰ ਦੇਖ ਕੇ ਉਹਦਾ ਨਾਮ ਨਹੀਂ ਰੱਖਣਾ। ਕਿਤੇ ਤੁਸੀਂ ਨਿਹੰਗ ਸਿੰਘਾਂ ਦੇ ਬੋਲੇ ਪੜ੍ਹ ਕੇ ਦੇਖੋ, ਜਿਹਦਾ ਸਿਰ ਗੰਜਾ ਹੁੰਦਾ ਨਾ, ਆਪਾਂ ਨੂੰ ਗੰਜਾ ਕਹਿੰਦੇ ਹਾਂ, ਜਿਹਦੇ ਸਿਰ ਤੇ ਬਾਲ ਗੰਜ ਪੈ ਗਿਆ। ਤੇ ਗੁਰਮੁਖ ਪਿਆਰੋ ਨਿਹੰਗ ਸਿੰਘ ਜਿਹੜੇ ਹੁੰਦੇ ਨੇ, ਉਹ ਗੰਜਾ ਨਹੀਂ ਕਹਿੰਦੇ, ਉਹ ਕਹਿੰਦੇ ਨੇ ਕਲਗਾ ਸਿੰਘ। ਇਹ ਕਲਗਾ ਸਿੰਘ। ਜੇ ਕਿਸੇ ਨੂੰ ਇੱਕ ਅੱਖ ਤੋਂ ਨਹੀਂ ਦਿੰਦਾ ਤੇ ਆਪਾਂ ਕੀ ਕਹਿੰਦੇ ਆ? ਕਾਣਾ। ਇਹੀ ਗੱਲ ਕਹਿੰਦੇ ਨੇ। ਉਹ ਕਹਿੰਦੇ ਨੇ 1.25 ਲੱਖ ਨੇਤਰਾ। ਇਸ ਤਰ੍ਹਾਂ ਦੀ ਬੋਲੀ। ਤੇ ਜੇ ਕਿਸੇ ਤੋਂ ਲੱਤ ਦੇ ਨਾਲ ਸਹੀ ਨਹੀਂ ਤੁਰਿਆ ਜਾਂਦਾ, ਤੇ ਆਪਣੀ ਬੋਲੀ ਕੀ ਆ? ਵੀ ਲੰਗੜਾ। ਆਪਾਂ ਤਾਂ ਹੋਰ ਹੀ ਪਤਾ ਨਹੀਂ ਕੀ ਕੁਝ ਕਹਿ ਦਿੰਦੇ ਆ। ਪਰ ਗੁਰਮੁਖ ਪਿਆਰੇ ਜਿਹੜੇ ਨਿਹੰਗ ਸਿੰਘ ਨੇ, ਉਹ ਲੰਗੜਾ ਨਹੀਂ ਕਹਿੰਦੇ, ਉਹ ਕਹਿੰਦੇ ਨੇ 100 ਚਾਲਾ। ਵੀ 100 ਚਾਲਾ ਵੀ ਬਾਹਲੀ ਸੋਹਣੀ ਚਾਲ ਨਾ ਤੁਰਦਾ, 100 ਚਾਲਾ ਸਿੰਘ। ਸੋ ਇਸ ਤਰ੍ਹਾਂ ਕਰਕੇ ਵੀ ਕਦੇ ਵੀ ਕਿਸੇ ਦੇ ਸਰੀਰ ਨੂੰ ਵੇਖ ਕੇ ਉਹਦਾ ਨਾਮ ਨਾ ਰੱਖੀਏ। ਭਾਵੇਂ ਕਿਸੇ ਦਾ ਰੰਗ ਕਾਲਾ, ਭਾਵੇਂ ਕਿਸੇ ਦਾ ਗੋਰਾ, ਉਹਦੇ ਸਰੀਰ ਨੂੰ ਵੇਖ ਕੇ ਉਹਦਾ ਨਾਮ ਨਾ ਰੱਖੀਏ। ਕਿਉਂਕਿ ਗੁਰਮੁਖ ਪਿਆਰੋ, ਜੇ ਵੇਖਣਾ ਹੈ ਤਾਂ ਉਹਦੇ ਕਰਮ ਦੇਖੋ, ਵੀ ਇਹਦੇ ਕਰਮ ਕੀ ਨੇ, ਇਹਦੇ ਗੁਣ ਕੀ ਹੈ, ਇਹਦੇ ਔਗਣ ਕੀ ਹੈ। ਹਰ ਇੱਕ ਇਨਸਾਨ ਦੇ ਕਰਮ ਵੇਖੋ, ਵੀ ਉਹ ਕਰਮ ਕਿਹੋ ਜਿਹੇ ਕਰਦਾ। ਜਿਹੜਾ ਭਾਈ ਸੁਥਰਾ ਸਿੰਘ ਸੀ ਨਾ, ਸੁਥਰਾ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਕੋਲ ਬੰਦੇ ਸੀ। ਇਤਿਹਾਸਕਾਰ ਦੱਸਦੇ ਨੇ ਬੜੀ ਭੈੜੀ ਸ਼ਕਲ ਸੀ ਉਹਦੀ। ਕਿਉਂਕਿ ਜਦੋਂ ਉਹਦਾ ਜਨਮ ਹੋਇਆ ਸੀ ਨਾ ਘਰ ਦੇ ਵਿੱਚ, ਉਹਨੂੰ ਉਹਦੇ ਘਰ ਪਰਿਵਾਰ ਦੇ ਬਾਹਰ ਸਿੱਟ ਗਏ ਸੀ, ਉਹਨੂੰ ਜੰਗਲ ਦੇ ਵਿੱਚ। ਉਹਦੇ ਜੰਮਦੇ ਦੇ ਮੂੰਹ ਦੇ ਵਿੱਚ ਦੰਦ ਸੀ, ਜਨਮ ਲੈਣ ਵੇਲੇ ਵੱਡੇ ਵੱਡੇ ਦੰਦ। ਉਹਨੂੰ ਬਾਹਰ ਸਿੱਟ ਕੇ, ਕਸ਼ਮੀਰ ਦੀ ਗੱਲ ਹੈ। ਤੇ 6ਵੇਂ ਪਾਤਸ਼ਾਹ ਮਹਾਰਾਜ ਜਾਂਦੇ ਸੀ ਉੱਥੋਂ, ਬਾਰਾਮੂਲਾ ਕਸ਼ਮੀਰ, ਉੱਥੋਂ ਮਹਾਰਾਜ ਨੇ ਚੁੱਕਿਆ ਸੀ। 6ਵੇਂ ਪਾਤਸ਼ਾਹ ਮਹਾਰਾਜ ਨੇ ਪਾਲਿਆ, ਫਿਰ 10ਵੇਂ ਪਾਤਸ਼ਾਹ ਮਹਾਰਾਜ ਤੱਕ ਉਹ ਰਿਹਾ ਭਾਈ ਸੁਥਰਾ। ਤੇ ਉਹਦਾ ਰੰਗ ਜਿਹੜਾ ਸੀ, ਉਹ ਸਾਹ ਕਾਲਾ, ਚਿਹਰੇ ਦਾ ਰੰਗ, ਤੇ ਵੱਡੇ ਵੱਡੇ ਦੰਦ, ਕਰੂਪ। ਉਹ ਕਹਿੰਦੇ ਸੀ, ਜਦੋਂ ਮਹਾਰਾਜ ਨੇ ਕਿਹਾ ਨਾ 6ਵੇਂ ਪਾਤਸ਼ਾਹ ਨੇ, ਕਹਿੰਦੇ ਵੇਖੋ ਕੀ ਆ, ਰੋ ਰਿਹਾ ਸੀਗਾ। ਸਿੱਖ ਨੇ ਵੇਖਿਆ, ਜਾ ਕੇ ਕਹਿਣ ਲੱਗਿਆ, ਮਹਾਰਾਜ ਕੁਥਰਾ। ਵੀ ਕੁਥਰਾ ਮਤਲਬ ਭੈੜਾ। ਮਹਾਰਾਜ ਕਹਿੰਦੇ ਕੁਥਰਾ ਨਹੀਂ। ਮਹਾਰਾਜ ਨੇ ਆਪਦੇ ਹੱਥਾਂ ਚੁੱਕਿਆ, ਛੋਟਾ ਜਿਹਾ ਸੀ। ਮਹਾਰਾਜ ਕਹਿੰਦੇ ਕੁਥਰਾ ਨਹੀਂ, ਸਾਡਾ ਸੁਥਰਾ। 6ਵੇਂ ਪਾਤਸ਼ਾਹ ਨੇ ਉਹਦਾ ਨਾਮ ਸੁਥਰਾ ਰੱਖਿਆ ਸੀ। ਬੜਾ ਹਾਸ ਰਸ ਸੀ, ਬੜੇ ਉਹਦੇ ਵਿੱਚ ਗੁਣ ਸੀ। ਉਹਦਾ ਇਤਿਹਾਸ ਦੇ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ ਸੁਥਰੇ ਦਾ। ਇਸ ਕਰਕੇ ਕਦੇ ਵੀ ਕਿਸੇ ਦੇ ਸਰੀਰ ਨੂੰ ਵੇਖ ਕੇ ਨਾ ਮਜ਼ਾਕ ਕਰਨਾ ਚਾਹੀਦਾ, ਤੇ ਨਾ ਹੀ ਗੁਰਮੁਖ ਪਿਆਰਿਓ ਤੇ ਉਹਦਾ ਗਲਤ ਕੋਈ ਨਾਮ ਰੱਖਣਾ ਚਾਹੀਦਾ। ਕਰਮ ਵੇਖਣੇ ਚਾਹੀਦੇ ਨੇ, ਗੁਣ ਵੇਖੋ, ਔਗਣ ਨਾ ਵੇਖੋ, ਘਾਟ ਨਾ ਵੇਖੋ ਕਿਸੇ ਦੇ ਵਿੱਚ। ਜੇ ਤੁਸੀਂ ਔਗਣ ਵੇਖਣ ਲੱਗ ਜਾਓਗੇ ਨਾ, ਤਾਂ ਤੁਹਾਡੇ ਵਿੱਚ ਔਗਣ ਭਰ ਜਾਣਗੇ। ਇੱਕ ਮਹਾਂਪੁਰਖਾਂ ਨੇ ਦੱਸਿਆ ਸੀ, ਕੋਈ ਲਿਖਤੀ ਗੱਲ ਨਹੀਂ। ਉਹ ਕਹਿੰਦੇ ਮਹਾਂਪੁਰਖਾਂ ਕੋਲ ਸਿੰਘ ਚਲਿਆ ਗਿਆ ਕੋਈ। ਉਹ ਕਹਿੰਦੇ ਜੀ ਮੈਂ ਤੁਹਾਡੇ ਕੋਲ ਰਹਿਣਾ ਵੀ, ਪੜ੍ਹਨਾ। ਉਹ ਕਹਿੰਦੇ ਭਾਈ ਪੜ੍ਹ ਲਈ। ਉਹ ਕਹਿੰਦੇ ਜੀ ਮੈਂ ਗਿਆ ਬਹੁਤਿਆਂ ਕੋਲ, ਮੈਨੂੰ ਕੋਈ ਚੱਜ ਦਾ ਮਿਲਿਆ ਨਹੀਂ ਪੜ੍ਹਾਉਣ ਵਾਲਾ। ਕਹਿੰਦੇ ਜਿਹਦੇ ਕੋਲ ਮੈਂ ਜਾਂਦਾ ਸੀ, ਕਹਿੰਦੇ ਮੈਂ ਹਰ ਇੱਕ ਦੀ ਗਲਤੀ ਕੱਢਦਾ ਰਿਹਾ, ਉਹਦੀ ਗਲਤੀ ਕੱਢ ਦਿੰਦਾ ਸੀ। ਉਹ ਕਹਿੰਦੇ ਕਿੰਨਿਆਂ ਕੋਲੇ ਗਿਆ? ਕਹਿੰਦੇ ਜੀ ਮੈਂ ਹੁਣ ਤੱਕ 95-96 ਕੋਲ ਜਾ ਆਇਆ, ਤੇ ਮੈਂ ਗਲਤੀਆਂ ਕੱਢੀਆਂ ਉਹਨਾਂ ਦੀਆਂ। ਮਹਾਰਾਜ ਕਹਿੰਦੇ ਜੇ ਤੂੰ 95-96 ਕੋਲੇ ਗਿਆ ਸੀ ਨਾ, ਜੇ ਤੂੰ ਉਹਨਾਂ ਕੋਲੋਂ ਇੱਕ ਇੱਕ ਗੁਣ ਸਿੱਖ ਲੈਂਦਾ, ਇੱਕ ਤਾਂ ਗੁਣ ਹੋਊਗਾ ਹੀ ਨਾ। ਕਹਿੰਦੇ ਜੇ ਇੱਕ ਇੱਕ ਗੁਣ ਹੀ ਸਿੱਖ ਲੈਂਦਾ, ਤੇਰੇ ਚ 95-96 ਗੁਣ ਹੋ ਜਾਣੇ ਸੀ, ਗੁਣ ਇਕੱਠੇ ਹੋ ਜਾਣੇ ਸੀ। ਕਿੱਥੇ ਤੂੰ 95-96 ਉਹਨਾਂ ਦੀਆਂ ਗਲਤੀਆਂ ਦਾ ਭਾਰ ਚੁੱਕੀ ਫਿਰਦਾ। ਇਸ ਕਰਕੇ ਭਾਈ ਕਿਸੇ ਦੇ ਘਾਟਾ ਨਾ ਵੇਖੋ, ਉਹਦੇ ਗੁਣ ਵੇਖੋ। ਸਾਂਝ ਕਰੀਜੈ ਗੁਣ ਹੈ ਤੇਰੀ, ਛੋੜ ਆਵਣ ਚੱਲੀ ਹੈ। ਸੋ ਤ੍ਰਿਵਕਰਾ ਜਿਹੜੀ ਸੀ, ਉਹਦਾ 3 ਬਾਲ ਉਹਦੇ ਵਿੱਚ ਪੈਂਦੇ ਸਨ। ਤੇ ਗੁਰਮੁਖ ਪਿਆਰੋ, ਫਿਰ ਕ੍ਰਿਸ਼ਨ ਜੀ ਨੇ ਉਹਦਾ ਉਧਾਰ ਕੀਤਾ ਸੀ। ਉਹ
ਉਹਦੇ ਵਿੱਚ ਇੱਕ ਗੁਣ ਸੀ ਤਰਵੱਕਰਾਂ ਦੇ ਵਿੱਚ, ਸਰੀਰ ਵਿੱਚ ਤਿੰਨ ਵਾਲ ਪੈਂਦੇ ਸੀ। ਕਹਿੰਦੇ ਉਹਨੂੰ ਬਟਨਾ ਬੜਾ ਸੋਹਣਾ ਵਧੀਆ ਮਲਣਾ ਆਉਂਦਾ ਸੀ, ਬਟਨਾ ਜਿਹੜਾ ਮਲਦੇ ਆ ਸਰੀਰ ਦੇ ਉੱਪਰ, ਉਹ ਮਾਲਸ਼ ਬਹੁਤ ਸੋਹਣੀ ਕਰਦੀ ਸੀ, ਬਟਨਾ ਮਲਦੀ ਸੀ। ਤੇ ਕੰਸ ਜਿਹੜਾ ਸੀ ਕ੍ਰਿਸ਼ਨ ਦਾ ਮਾਮਾ ਸੀ ਨਾ, ਕੰਸ ਜੀ, ਉਹਨੇ ਕੰਸ ਨੇ ਉਹ ਆਪਣੇ ਕੋਲ ਰੱਖਿਆ ਸੀ। ਉਹ ਕੰਸ ਦੇ ਬਟਨਾ ਮਲਦੀ ਸੀ ਤੇ ਤਿਲਕ ਲਾਉਂਦੀ ਸੀ। ਮਥੁਰਾ ਦੇ ਵਿੱਚ ਜਦੋਂ ਕ੍ਰਿਸ਼ਨ ਜੀ ਗਏ ਤਾਂ ਉਹਨਾਂ ਦੇ ਨਾਲ ਮਿਲਾਪ ਹੋਇਆ, ਤੇ ਜਦੋਂ ਮਿਲਾਪ ਹੋਇਆ ਤੇ ਮਨ ਖੁਸ਼ ਹੋ ਗਿਆ ਕ੍ਰਿਸ਼ਨ ਜੀ ਨੂੰ ਮਿਲ ਕੇ। ਸੋ ਗੁਰਮੁਖ ਪਿਆਰੋ, ਫਿਰ ਕ੍ਰਿਸ਼ਨ ਜੀ ਨੂੰ ਉਹਨੇ ਜਿਹੜਾ ਉਹਦੇ ਕੋਲੇ ਕੰਸ ਦੇ ਮਲਣ ਵਾਸਤੇ ਜਿਹਨੇ ਬਟਨਾ, ਉਹ ਤਿਲਕ ਫਿਰ ਕ੍ਰਿਸ਼ਨ ਜੀ ਦੇ ਲਾਇਆ ਤੇ ਖੁਸ਼ ਹੋ ਕੇ ਕ੍ਰਿਸ਼ਨ ਜੀ ਨੇ ਉਹਦਾ ਜਿਹੜਾ ਕੁੱਬ ਸੀ ਉਹ ਦੂਰ ਕਰ ਦਿੱਤਾ ਸੀ। ਸੋ ਇਸ ਕਰਕੇ ਉਹ ਪਰਮੇਸ਼ਰ ਹੈ ਨਾ ਜਿਹੜਾ ਪ੍ਰਮਾਤਮਾ, ਰੂਪ ਅਨਰੂਪ ਮੇਰੋ ਕਸ ਨਾ ਵਿਚਾਰੇ। ਉਹ ਕਿਸੇ ਦਾ ਰੂਪ ਤੇ ਅਨਰੂਪ, ਭਾਵੇਂ ਸੋਹਣਾ ਹੋਵੇ ਭਾਵੇਂ ਕਰੂਪ ਹੋਵੇ, ਉਹ ਕਿਸੇ ਦਾ ਇਹ ਨਹੀਂ ਦੇਖਦਾ। ਮਹਾਰਾਜ ਨੇ ਬਾਣੀ ਦੇ ਵਿੱਚ ਵੀ ਬਚਨ ਆਉਂਦੇ ਨੇ, ਤਾਰੀ ਨੇ ਗਣਕਾ ਬਿਨ ਰੂਪ ਉਪਜਾ, ਵਿਆਹ ਅਜਾਮਲ ਤਾਰੀ ਅਲੀ। ਅਜਾਮਲ ਕਿੱਡਾ ਪਾਪੀ ਸੀ, ਉਹ ਵੀ ਤਾਰ ਦਿੱਤਾ। ਗਣਕਾ ਕਿੱਡੀ ਪਾਪਨ ਸੀ, ਉਹ ਵੀ ਤਾਰ ਦਿੱਤੀ। ਉਹਦਾ ਕੁਬਜਾ ਦਾ ਤਰਵੱਕਰੀ ਦਾ ਭਾਵੇਂ ਰੂਪ ਸੀ ਤੇ ਗੁਰਮੁਖ ਪਿਆਰੇ ਉਹਦਾ ਵੀ ਉਧਾਰ ਕਰ ਦਿੱਤਾ। ਕੰਸ ਨੂੰ ਮਾਰ ਕੇ ਕ੍ਰਿਸ਼ਨ ਜੀ ਉਗਲ ਸੈਨ ਨੂੰ ਰਾਜ ਦੇ ਕੇ ਫੇਰ ਗੁਰਮੁਖ ਪਿਆਰਿਓ ਉਹ ਕੁਬਜਾ ਦੇ ਘਰ ਦੇ ਵਿੱਚ ਗਏ, ਉਹਨੂੰ ਸੱਚ ਦੀ ਸੋਝੀ ਗਿਆਨ ਬਖਸ਼ਿਆ ਤੇ ਉਹ ਦੁਨੀਆ ਦੇ ਵਿੱਚ ਸੁੰਦਰ ਹੋ ਗਈ ਤੇ ਅੱਜ ਉਹਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸੋ ਇਸ ਕਰਕੇ ਪਿਆਰਿਓ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਹਨ, ਇਸ ਪੰਗਤੀ ਤੇ ਆਪਾਂ ਸਾਖੀ ਲਾਈ ਹੈ, ਪੜ੍ਹਿਓ ਦੁਆਰੇ ਜੀ। ਰੂਪ ਅਨਰੂਪ ਗੁਰ ਕਸ ਨਾ ਵਿਚਾਰਿਓ। ਉਹ ਰੂਪ ਤੇ ਅਨਰੂਪ, ਇੱਕ ਰੂਪ ਸੁੰਦਰ ਹੁੰਦਾ, ਅਨਰੂਪ ਭੈੜਾ। ਉਹ ਪਰਮੇਸ਼ਰ ਇਸ ਤਰ੍ਹਾਂ ਭਾਈ ਨਹੀਂ ਵੇਖਦਾ। ਪ੍ਰੇਮ ਗਇਓ ਮੋਹੇ ਹਰ ਰੰਗ ਭੀਨ। ਉਹ ਪਰਮੇਸ਼ਰ ਵੇਖਦਾ ਹੈ ਪਿਆਰ, ਪ੍ਰੇਮ ਵੇਖਦਾ ਹੈ, ਤੇ ਭੀਨ ਤੋਂ ਭਾਵ ਜਿਹੜਾ ਪ੍ਰੇਮ ਦੇ ਵਿੱਚ ਭਿੱਜ ਜਾਂਦਾ ਹੈ। ਵੇਖਿਓ ਲਾਲਨ ਪਾਟ ਬੀਜ ਖੋਏ, ਅਰਧ ਜਿਤਾ ਹਰ ਕੇ ਪਤੀਨ। ਕਹਿੰਦੇ ਜਦੋਂ ਉਹ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਹੈ, ਫਿਰ ਉਹ ਭਰਮ ਦੇ ਪਰਦੇ ਜਿਹੜੇ ਆ, ਪਾਟ ਪਰਦੇ, ਉਹ ਦੂਰ ਕਰ ਦਿੰਦਾ ਹੈ। ਵੇਖਿਓ ਪੜੀ ਪੰਗਤੀ, ਵੇਖਿਓ ਲਾਲਨ ਪਾਟ ਬੀਜ ਖੋਏ। ਵਿੱਚੋਂ ਜਿਹੜਾ ਭਰਮ ਦਾ ਪਰਦਾ ਹੈ ਉਹ ਖੋਏ ਤੋਂ ਭਾਵ ਨਾਸ਼ ਕਰ ਦਿੰਦਾ ਹੈ। ਲਾਲਨ ਪਰਮੇਸ਼ਰ ਵਾਹਿਗੁਰੂ ਜਿਹੜਾ ਬੜਾ ਸੁੰਦਰ ਹੈ। ਅਰਧ ਜਿਤਾ ਹਰ ਕੇ ਪਤੀਨ। ਇੱਥੇ ਚਿਤਾ ਦਾ ਅਰਥ ਹੈ ਹਿਰਦਾ। ਉਹ ਫਿਰ ਹਰਖੇ ਤੋਂ ਭਾਵ ਖੁਸ਼ ਕਰ ਦਿੰਦਾ। ਅਨੰਦ ਚਿਤਾ ਹਰਖੇ ਪਤੀਨ, ਉਹ ਜਿਹਨੂੰ ਉਹਦੇ ਉੱਪਰ ਭਰੋਸਾ ਆ ਜਾਂਦਾ ਹੈ। ਤਿਸਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕੁਰ ਤਿਸਹੀ ਕੋ ਦੀਨ। ਜਿਹੜਾ ਉਸ ਵਾਹਿਗੁਰੂ ਪ੍ਰਮਾਤਮਾ ਠਾਕੁਰ ਨੂੰ, ਮਾਲਕ ਨੂੰ ਧਿਆਨ ਦੇ ਵਿੱਚ ਰੱਖਦਾ ਹੈ, ਧਿਆਉਂਦਾ ਹੈ, ਤੇ ਗੁਰਮੁਖ ਪਿਆਰੋ ਦੇ ਹਿਰਦੇ ਰੂਪੀ ਘਰ ਦੇ ਵਿੱਚ ਵੀ ਬਾਹਰ ਵੀ, ਫਿਰ ਉਹ ਸਾਰੀਆਂ ਥਾਵਾਂ ਤੇ ਪਰਮੇਸ਼ਰ ਨੂੰ ਵੇਖਦਾ ਹੈ। ਤੇ ਇਸ ਕਰਕੇ ਉਹ ਪ੍ਰਮਾਤਮਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਉਹ ਸਾਰਿਆਂ ਥਾਵਾਂ ਦੇ ਉੱਪਰ ਰਵਿਆ ਹੈ। ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਸਾਨੂੰ ਜਿਹੜੀ ਸਿੱਖਿਆ ਦਿੱਤੀ ਹੈ ਉਹ ਇਹ ਆ ਵੀ ਇੱਕ ਤਾਂ ਭਾਈ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਕੇ, ਗੁਰਬਾਣੀ ਨਾਲ ਜੁੜ ਕੇ ਜਿਹੜੇ ਪੰਜ ਦੋਖ ਨੇ, ਵਿਸ਼ੇ ਵਿਕਾਰਾਂ ਤੋਂ ਰਹਿਤ ਹੋ ਜਾਈਏ ਤੇ ਸਤਿਗੁਰੂ ਦੇ ਉੱਪਰ ਭਰੋਸਾ ਰੱਖੀਏ। ਉਹ ਪਰਮੇਸ਼ਰ ਨੂੰ ਪਿਆਰ ਕਰੀਏ। ਉਹ ਕਿਸੇ ਦਾ ਰੂਪ ਅਨਰੂਪ, ਸੁੰਦਰ ਤੇ ਭੈੜਾ ਸਰੂਪ ਨਹੀਂ ਦੇਖਦਾ, ਉਹ ਇੱਕ ਕੇਵਲ ਤੇ ਕੇਵਲ ਪਿਆਰ ਦੇਖਦਾ ਹੈ ਪਰਮਾਤਮਾ। ਉਹ ਪਰਮੇਸ਼ਰ ਨੂੰ ਪਿਆਰ ਕਰੀਏ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵੀ ਇਹੀ ਬਚਨ ਕਹਿਣੇ, ਸਾਧ ਕਹੋ ਸੁਨ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਪਿਆਰ ਕੀਤਾ, ਉਹਨਾਂ ਨੇ ਭਾਈ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਸੋ ਇਸ ਕਰਕੇ ਸਾਰੀਆਂ ਸੰਗਤਾਂ ਦਾ ਧੰਨਵਾਦ। ਸਤਿਗੁਰੂ ਜੀ ਮਿਹਰ ਕਰਨ ਅੱਜ ਆਪਾਂ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕੀਤੀ ਆ। ਇਹ ਉਪਦੇਸ਼ ਆਪਣੇ ਹਿਰਦਿਆਂ ਦੇ ਵਿੱਚ ਵਸ ਜਾਵੇ ਤੇ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ। ਸਮੂਹ ਸੰਗਤਾਂ ਨੂੰ ਬੇਨਤੀ ਆ, ਸਰਬੱਤ ਦੇ ਭਲੇ ਦੇ। ਸੋ ਅੱਗੇ ਵੀ ਆਪਾਂ ਇਹ ਅਖੰਡ ਪਾਠ ਸਾਹਿਬ ਸਾਲ ਵਿੱਚ ਕਰਦੇ ਆ। ਸੋ ਪਿਛਲੇ ਸਾਲ ਵੀ ਕਰਨਾ ਸੀ, ਲਾਕਡਾਊਨ ਹੋਣ ਕਰਕੇ ਸੋ ਅਖੰਡ ਪਾਠ ਸਾਹਿਬ ਨਹੀਂ ਹੋਏ।
ਸੋ ਪ੍ਰਬੰਧਕਾਂ ਨੇ ਵਿਚਾਰ ਕੀਤੀ ਹੈ ਸੰਗਤ ਨਾਲ ਮਿਲ ਕੇ। ਸੋ ਇਹ ਹੈ ਕਿ ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਨੇ। ਸੰਗਤਾਂ ਨੂੰ ਨਿਮਰਤਾ ਸਾਹਿਬ ਬੇਨਤੀ ਵੀ ਕੱਲ੍ਹ ਨੂੰ ਜਿੰਨੇ ਬੈਠੇ ਹੋ ਸਾਰੇ ਜ਼ਰੂਰ ਆਇਓ, ਤਿੰਨੇ ਦਿਨ ਹਾਜ਼ਰੀ ਭਰਿਓ, ਕਿਉਂਕਿ ਗੁਰਮੁਖ ਪਿਆਰਿਓ ਜਦੋਂ ਦੁੱਖ ਦਾ ਸਮਾਂ ਹੁੰਦਾ ਤਾਂ ਆਪਾਂ ਸਾਰੇ ਯਾਦ ਕਰਦੇ ਹਾਂ। ਲਾਕਡਾਊਨ ਸੀ, ਬੜੇ ਫੋਨ ਕਰਦੇ ਸਰਬੱਤ ਦੇ ਭਲੇ ਲਈ ਅਖੰਡ ਪਾਠ ਕਰੋ, ਅਸੀਂ ਰੌਲਾ ਲਾਵਾਂਗੇ। ਹੁਣ ਸਮਾਂ ਹੈ, ਸੋ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਨੇ। ਜਿੰਨਾ ਵੀ ਕਿਸੇ ਕੋਲ ਸਮਾਂ ਹੈ ਜ਼ਰੂਰ ਲਾਹਾ ਲਵੋ। ਬਾਣੀ ਪੜ੍ਹ ਸਕਦੇ ਹੋ ਬਾਣੀ ਪੜ੍ਹੋ, ਸੇਵਾ ਕਰ ਸਕਦੇ ਹੋ ਸੇਵਾ ਕਰੋ, ਤੇ ਗੁਰਮੁਖ ਪਿਆਰਿਓ ਜ਼ਰੂਰ ਲਾਹੇ ਲੈ ਕੇ ਆਪਣਾ ਜੀਵਨ ਸਫਲ ਬਣਾਓ। ਸਾਰੇ ਰਲ ਮਿਲ ਕੇ ਆਪਾਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀ, ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਤੇ ਮੇਰਾ ਭਰਿਆ ਹੱਥ ਰੱਖੋ, ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀਆਂ ਕਲਾਂ ਕਰੋ। ਸਤਿਗੁਰੂ ਜੀ ਜ਼ਰੂਰ ਮਿਹਰ ਕਰਨਗੇ, ਕਿਉਂਕਿ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ। ਆਪਾਂ ਸਾਰੇ ਅਰਦਾਸ ਜਨ ਬਣ ਕੇ ਕਰੀਏ, ਤੇ ਪਿਆਰਿਓ ਅਰਦਾਸ ਸੁਣੀ ਜਾਂਦੀ ਹੈ ਸੰਗਤ ਦੀ। ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਸਾਰੀਆਂ ਸੰਗਤਾਂ ਦਾ ਧੰਨਵਾਦ। ਕੱਲ੍ਹ ਨੂੰ ਪਰਸੋਂ ਨੂੰ ਸਮੇਂ ਸਿਰ ਪਹੁੰਚ ਕੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਬਣਾਉਣਾ। ਸੋ ਆਓ ਆਪਾਂ ਗੁਰ ਸਤੋਤਰ ਪੜ੍ਹ ਕੇ ਸਮਾਪਤ ਕਰੀਏ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ।